ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ। ਅੱਜ ਦਾ ਪ੍ਰਾਈਮ ਟਾਈਮ ਸ਼ੋਅ ਸਪੈਸ਼ਲ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਥੋੜ੍ਹਾ ਜਿਹਾ ਸੈਟਿੰਗ ਕਰਦੇ ਹਾਂ, 2-4 ਮਿੰਟ 5 ਮਿੰਟ ਦੀ ਦੇਰੀ ਸਾਡੇ ਕੋਲ ਹੋਈ ਆ, ਉਹਦੇ ਲਈ ਅਸੀਂ ਪਹਿਲਾਂ ਹੀ ਤੁਹਾਡੇ ਕੋਲ ਖਿਮਾ ਮੰਗਦੇ ਹਾਂ। ਮੇਰੇ ਨਾਲ ਅੱਜ ਵਿਸ਼ੇਸ਼ ਤੌਰ ਤੇ ਸਾਡੇ ਇੱਥੇ ਕਮਿਊਨਿਟੀ ਦੇ ਤੁਸੀਂ ਜਿੰਨੇ ਵੀ ਲੋਕ ਆਏ ਨੇ ਉਹ ਜਾਣੇ ਪਛਾਣੇ ਲੋਕ ਨੇ, ਔਰ ਪੂਰਾ ਐਨਾਲਿਸਿਸ ਜਿਹੜਾ ਆ ਉਹ ਉਹਨਾਂ ਕੋਲੋਂ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੁਣੇ ਅਸੀਂ ਅੱਜ ਚੋਣ ਚੋਂ ਨਿਕਲੇ ਆ। ਕੱਲ ਚੋਣ ਦਾ ਦਿਨ ਸੀਗਾ ਤੇ ਕੈਨੇਡਾ ਦੀ ਨਵੀਂ ਸਰਕਾਰ ਬਣ ਜਾ ਰਹੀ, ਉਹਦੇ ਬਾਰੇ ਗੱਲਬਾਤ ਕਰਨੀ ਆ। ਮੇਰੇ ਨਾਲ ਅੱਜ ਡਾਕਟਰ ਸ਼ਾਰਦਾ ਨੇ, ਦੂਜੇ ਪਾਸੇ ਨਿਰਮਲ ਢੀਂਡਸਾ ਨੇ ਤੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਮੈਂ ਡਾਕਟਰ ਸ਼ਾਰਦਾ ਨੂੰ ਇਨਵਾਈਟ ਕਰਦਾ ਕਿ ਉਹ ਆ ਕੇ ਆਪਣੇ ਓਪਨਿੰਗ ਕਮੈਂਟ ਦੇਣ ਕਿ ਉਹ ਸਾਰਾ ਜੋ ਸਿਨੈਰੀਓ ਨੂੰ ਕਿਸ ਤਰ੍ਹਾਂ ਵੇਖ ਰਹੇ ਆ, ਤੇ ਉਸ ਤੋਂ ਬਾਅਦ ਫਿਰ ਅਸੀਂ ਡਿਸਕਸ਼ਨ ਆਪਣੀ ਸ਼ੁਰੂ ਕਰਾਂਗੇ ਜੀ। ਵਾਰੀ ਸਾਰਿਆਂ ਦੇ ਕਮੈਂਟ ਪਹਿਲਾਂ ਲੈ ਲਈਏ। ਸਭ ਤੋਂ ਪਹਿਲਾਂ ਡਾਕਟਰ ਸ਼ਾਰਦਾ, ਤੁਹਾਨੂੰ ਵੈਲਕਮ ਕਰਦੇ ਹਾਂ ਜੀ ਆਇਆਂ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਆਪਣੇ ਓਪਨਿੰਗ ਕਮੈਂਟ ਦਿਓ ਕਿ ਕਿਸ ਤਰ੍ਹਾਂ ਤੁਸੀਂ ਇਹ ਸਾਰੀ ਇਲੈਕਸ਼ਨ ਨੂੰ ਦੇਖ ਰਹੇ ਹੋ। ਸਾਰਾ ਜੀ ਤੁਹਾਡਾ ਬਹੁਤ ਧੰਨਵਾਦ, ਔਰ ਜਿੰਨੇ ਵੀ ਪੰਜਾਬੀ ਦੁਨੀਆ ਦੇ ਦਰਸ਼ਕ ਨੇ ਉਹਨਾਂ ਦਾ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ, ਔਰ ਉਮੀਦ ਕਰਦੇ ਹਾਂ ਕਿ ਦੇ ਆਰ ਹੈਵਿੰਗ ਅ ਵੰਡਰਫੁਲ ਡੇ। ਜਿਸ ਪਾਰਟੀ ਨੂੰ ਉਹਨਾਂ ਨੇ ਵੋਟ ਪਾਈ ਸੀ, ਆਈ ਥਿੰਕ ਦੇ ਮਸਟ ਬੀ ਸੈਟਿਸਫਾਈਡ ਵਿਦ ਇਟ। ਰੀਜ਼ਨ ਇਜ਼ ਵੈਰੀ ਸਿੰਪਲ। ਇਹ ਜਿਹੜਾ ਇਲੈਕਸ਼ਨ ਸੀਗਾ ਅੱਜ, ਇੱਕ ਸ਼ਖਸ ਨੇ ਬੜੀ ਵਧੀਆ ਗੱਲ ਕਹੀ, ਕਹਿੰਦਾ ਪਹਿਲਾਂ ਤਾਂ 610 ਮਿਲੀਅਨ ਸੀ, ਹੁਣ ਜਿਹੜੀ ਲੇਟੈਸਟ ਫਿਗਰ ਆ ਰਹੀ ਹੈ ਉਹ ਆ ਰਹੀ ਹੈ ਕਿ 630 ਔਰ 650 ਮਿਲੀਅਨ ਦੇ ਵਿਚਕਾਰ ਇਹਦਾ ਖਰਚ ਕੀਤਾ ਗਿਆ। ਔਰ ਉਸ ਸ਼ਖਸ ਨੇ ਬੜਾ ਵਧੀਆ ਗੱਲ ਕਹੀ, ਉਹਨੇ ਕਿਹਾ ਕਿ ਦੇਖੋ 650 ਮਿਲੀਅਨ ਡਾਲਰ ਖਰਚ ਕਰਕੇ ਕੈਬਨਿਟ ਰੀਸ਼ਫਲ ਦੇਖੀ ਜਾਏਗੀ। ਹਾਂਜੀ, ਔਰ ਨਾਲ ਹੀ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਪੁਆਇੰਟਲੈਸ ਇਲੈਕਸ਼ਨ ਜਿਹੜਾ ਕਰਾਇਆ ਗਿਆ ਜੀ ਇਸ ਵਕਤ ਪੈਂਡੈਮਿਕ ਦੇ ਵਿੱਚ। ਗੱਲ ਪੈਂਡੈਮਿਕ ਦੀ ਜਿਹੜੀ ਸੀ ਉਹ ਕਰਦੇ ਸੀਗੇ ਟਰੂਡੋ ਸਾਹਿਬ, ਲੇਕਿਨ ਪੁਆਇੰਟਲੈਸ ਇਲੈਕਸ਼ਨ ਜਿਹੜਾ ਕਰਾਇਆ ਗਿਆ ਜਿਹਦਾ ਰਿਜ਼ਲਟ ਕੁਛ ਵੀ ਨਹੀਂ ਨਿਕਲਿਆ। ਫਿਰ ਮੈਂ ਉਹੀ ਗੱਲ ਕਹਾਂਗਾ, ਬੜੀ ਵੱਡੀ ਤਰਾਸਦੀ ਹੈ ਡੈਮੋਕ੍ਰੇਸੀ ਦੀ। 32.3% ਵੋਟਾਂ ਲੈ ਕੇ ਇਹ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਹੁਣ ਹਮੇਸ਼ਾ ਲਈ ਅਗਲੇ 2-3 ਸਾਲ ਜਦ ਤੱਕ ਵੀ ਰਹਿਣਗੇ ਇਹ ਪ੍ਰਾਈਮ ਮਿਨਿਸਟਰ ਬਣ ਗਏ, ਜਦ ਕਿ ਇਹਨਾਂ ਤੋਂ 1.7% ਪਾਪੂਲਰ ਵੋਟ ਜਿਹੜੀ ਹੈ ਉਹ ਕੰਜ਼ਰਵੇਟਿਵ ਪਾਰਟੀ ਨੂੰ ਮਿਲੀ, ਔਰ ਉਹ ਆਪੋਜੀਸ਼ਨ ਦੇ ਵਿੱਚ ਬੈਠਣਗੇ। ਇਹ ਜਿਹੜਾ ਯਾਨੀ ਕਿ 2 ਆਊਟ ਆਫ 3 ਜਿਹੜੇ ਨੇ ਉਹ ਕੈਨੇਡੀਅਨਸ ਅਗੇਂਸਟ ਟਰੂਡੋ ਨੇ, ਮਤਲਬ 66% ਲੋਕ ਟਰੂਡੋ ਸਾਹਿਬ ਦੇ ਅਗੇਂਸਟ ਵੋਟਾਂ ਪਾਈਆਂ ਨੇ, ਲੇਕਿਨ ਉਹ 32-33% ਦੇ ਹਿਸਾਬ ਦੇ ਨਾਲ ਚੱਲ ਕੇ ਹੁਣ ਰਾਜ ਕਰਨਗੇ। ਇਹਦੇ 'ਚ ਟਰੂਡੋ ਸਾਹਿਬ ਦੀ ਪਾਰਟੀ ਨੇ ਸਿਰਫ ਇੱਕ ਗੇਨ ਕੀਤਾ, ਹਾਂਜੀ, ਕੰਜ਼ਰਵੇਟਿਵ ਪਾਰਟੀ ਨੇ ਕੋਈ ਗੇਨ ਨਹੀਂ ਕੀਤਾ। NDP ਨੇ ਸਭ ਤੋਂ ਵੱਡਾ ਲਾਸ ਕੀਤਾ, ਕਿਉਂਕਿ NDP ਦੀਆਂ ਪਹਿਲਾਂ 24 ਸੀਟਾਂ ਸੀ, ਐਤਕੀ ਉਹਨਾਂ ਦੀਆਂ ਆਈਆਂ 25, ਇੱਕ ਸੀਟ ਉਹਨਾਂ ਨੇ ਜਿੱਤੀ। ਮੈਂ ਇੱਕ ਇੰਟਰਸਟਿੰਗ ਗੱਲ ਇੱਥੇ ਕਰਨਾ ਚਾਹੁੰਦਾ ਕਿ ਜਗਮੀਤ ਸਿੰਘ ਆਦਿ ਜਿਹੜੇ ਕਿ ਬਹੁਤ ਕਲੇਮ ਕਰਦੇ ਨੇ ਕਿ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਲੀਡਰ ਹੈਗਾ, ਉਹਨਾਂ ਨੇ 25 ਸੀਟਾਂ ਦੇ ਵਿੱਚੋਂ ਸਿਰਫ 5 ਓਨਟਾਰੀਓ ਦੇ ਵਿੱਚੋਂ ਜਿੱਤੀਆਂ। ਮੈਂ ਹੈਰਾਨ ਹਾਂ ਕਿ ਜਗਮੀਤ ਸਿੰਘ ਜਿੱਥੇ ਕਿ ਉਹਨਾਂ ਦਾ ਬੇਸ ਹੈਗਾ ਉਹਦੇ 'ਤੇ ਉਹਨਾਂ ਨੇ ਐਮਫੈਸਿਸ ਨਹੀਂ ਕੀਤਾ। ਪਿਛਲੇ 3 ਸਾਲ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਨੇ ਉਹ ਬ੍ਰਿਟਿਸ਼ ਕੋਲੰਬੀਆ 'ਚ ਜਿੱਤੀਆਂ 12। ਉਹਦੇ ਬਾਅਦ ਉਹਨਾਂ ਨੇ ਬਾਕੀ ਦੇ ਸੂਬਿਆਂ ਦੇ ਵਿੱਚ, ਜਿਵੇਂ ਕਿ ਉਹਨਾਂ ਨੇ ਅਲਬਰਟਾ ਦੇ ਵਿੱਚੋਂ ਜੀ 4 ਸੀਟਾਂ ਜਿੱਤੀਆਂ, ਅਲਬਰਟਾ ਦੇ ਵਿੱਚ 4 ਸੀਟਾਂ, ਔਰ ਉਹਦੇ ਬਾਅਦ ਸਸਕਾਚੁਆਨ ਦੇ ਵਿੱਚ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ, ਔਰ ਮੈਨੀਟੋਬਾ ਦੇ ਵਿੱਚ ਉਹਨਾਂ ਨੂੰ 3 ਸੀਟਾਂ ਮਿਲੀਆਂ, ਔਰ ਓਨਟਾਰੀਓ ਦੇ ਵਿੱਚ ਸਿਰਫ 5 ਸੀਟਾਂ ਮਿਲੀਆਂ, ਔਰ 2 ਉਹਨਾਂ ਨੂੰ ਕਿਊਬਿਕ ਦੇ ਵਿੱਚੋਂ ਮਿਲੀਆਂ। ਉਹਦੇ 'ਚੋਂ ਸ਼ਾਇਦ ਇੱਕ ਸੀਟ ਜਿਹੜੀ ਆ ਉਹ ਚਲੇ ਜਾਏਗੀ। ਅਜੇ ਤੱਕ ਜਿਹੜੇ ਐਗਜ਼ੈਕਟ ਰਿਜ਼ਲਟ ਆਏ ਨੇ 338 ਵਿੱਚੋਂ 333 ਸੀਟਾਂ ਦੇ ਉੱਪਰ ਆਏ ਨੇ। ਜਿਹੜਾ ਇੱਕ ਨਵੀਂ ਫਿਲਾਸਫੀ ਲੈ ਕੇ ਐਰਨ ਓਟੂਰ ਆਇਆ ਸੀ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ। ਉਹਦਾ ਰੀਜ਼ਨ ਸਿੰਪਲ ਇਹ ਹੈ ਕਿ ਉਹ ਓਟਵਾ ਦੇ ਇੱਕ ਹੋਟਲ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਕੰਟੈਕਟ ਕਰਦਾ ਰਿਹਾ, ਵਿਚ ਵਾਜ਼ ਵੈਰੀ ਰੋਂਗ। ਜਦੋਂ ਇਲੈਕਸ਼ਨ ਹੁੰਦਾ
ਉਦੋਂ ਤੁਹਾਨੂੰ ਲੋਕਾਂ ਦੇ ਵਿੱਚ ਜਾਣਾ ਪੈਂਦਾ, ਲੋਕਾਂ ਦੇ ਨਾਲ ਤੁਹਾਨੂੰ ਨਵੀਂ ਦੋਸਤੀ ਕ੍ਰੀਏਟ ਕਰਨੀ ਪੈਂਦੀ ਹੈ, ਲੋਕਾਂ ਦੇ ਵਿੱਚ ਤੁਹਾਨੂੰ ਜਾ ਕੇ ਵਿਚਰਨਾ ਚਾਹੀਦਾ। ਹੀ ਡਿਡ ਨਾਟ ਡੂ ਦੈਟ, ਦੈਟਸ ਵੇਅਰ ਹੀ ਲੋਸਟ ਕਪਲ ਆਫ ਸੀਟਸ ਇਨ ਓਨਟੇਰੀਓ। ਫਿਰ ਜਿਹੜੀ ਪੀਪੀਪੀ ਪਾਰਟੀ ਸੀਗੀ ਉਹ 5.6% ਜਿਹੜੀ ਵੋਟ ਲੈ ਕੇ ਗਏ ਆ, ਉਹ 100% ਕੰਜ਼ਰਵੇਟਿਵ ਵੋਟ ਸੀਗੀ, ਨਾ ਲਿਬਰਲ ਸੀਗੀ ਨਾ ਐਨਡੀਪੀ ਸੀਗੀ। ਇੰਗਲਿਸ਼ ਡਿਬੇਟ ਦੇ ਵਿੱਚ ਕਿਊਬਿਕ ਦੇ ਬਾਰੇ ਜਦੋਂ ਗੱਲ ਕੀਤੀ ਜੀ ਟਰੂਡੋ ਸਾਹਿਬ ਨੇ ਤੇ ਆਪਣੇ ਜਗਮੀਤ ਸਿੰਘ ਹਰਾ ਨੇ, ਇਹ ਦੇ ਲੋਸਟ ਦੇਅਰ, ਔਰ ਉਹਦੇ ਵਿੱਚ ਉਹਨਾਂ ਨੂੰ ਗੇਨ ਹੋ ਗਿਆ 2 ਸੀਟਾਂ ਦਾ, ਪਹਿਲਾਂ 32 ਸੀ ਹੁਣ 34 ਹੋ ਗਈਆਂ। ਸਭ ਤੋਂ ਵੱਡਾ ਨੁਕਸਾਨ ਹੋਇਆ ਗ੍ਰੀਨ ਪਾਰਟੀ ਦੀ ਲੀਡਰ ਨੂੰ। ਮੈਨੂੰ ਨਹੀਂ ਸਮਝ ਆਈ ਕਿ ਉਹਦੇ ਕਿਹੜੇ ਐਡਵਾਈਜ਼ਰ ਸੀਗੇ, ਉਹਨੇ ਕਿਹਨੂੰ ਉਹਨੂੰ ਕਿਹਾ ਸੀ ਕਿ ਜਿਹੜੀ ਕਿ ਸੇਫੈਸਟ ਸੀਟ ਹੈਗੀ ਹੈ ਲਿਬਰਲ ਦੀ, ਤਾਂ ਉੱਥੇ ਜਾ ਕੇ ਇਲੈਕਸ਼ਨ ਲੜ। ਔਰ ਪਿਛਲੀ ਵਾਰੀ ਉਹ ਸੈਕੰਡ ਆਈ ਸੀ, ਐਤਕੀ ਉਹ 4th ਆਈ ਆ, 4 ਬੰਦੇ ਉੱਥੇ ਇਲੈਕਸ਼ਨ ਲੜ ਰਹੇ ਸੀ ਸੈਂਟਰਲ ਉੱਥੇ ਟੋਰਾਂਟੋ ਦੇ ਵਿੱਚੋਂ, ਲੇਕਿਨ ਉਹ ਮੇਰਾ ਖਿਆਲ ਹੈ ਲੀਡਰ ਨਹੀਂ ਰਹੇਗੀ। ਕੁਐਸਚਨ ਮਾਰਕ ਇਸ ਵੇਲੇ ਇਹ ਵੀ ਉੱਠ ਰਿਹਾ ਕਿ ਕਿਆ ਐਰਨ ਓਟੂਲ ਲੀਡਰ ਰਹਿਣਗੇ ਜਾਂ ਨਹੀਂ ਰਹਿਣਗੇ। ਉਹਨਾਂ ਨੂੰ ਵੀ ਬਹੁਤ ਮੁਸੀਬਤਾਂ ਜਿਹੜੀਆਂ ਨੇ ਆਪਣੇ ਕਾਕਸ ਦੇ ਵਿੱਚ ਝੱਲਣੀਆਂ ਪੈਣਗੀਆਂ। ਕੁਐਸਚਨ ਮਾਰਕ ਅਜੇ ਇਹ ਵੀ ਉੱਠ ਪਿਆ, ਨਾਮ ਵੀ ਆਉਣੇ ਸ਼ੁਰੂ ਹੋ ਗਏ ਨੇ ਫ੍ਰੀਲੈਂਡ ਦਾ, ਹਾਂਜੀ, ਔਰ ਕਾਰਨੇ ਦਾ ਨਾਮ ਆਉਣੇ ਸ਼ੁਰੂ ਹੋ ਗਏ ਨੇ ਕਿ ਅਗਲਾ ਇਲੈਕਸ਼ਨ ਜਿਹੜਾ ਸਾਲ ਦੇ ਬਾਅਦ ਸ਼ਾਇਦ ਜਸਟਿਨ ਟਰੂਡੋ, ਕਿਉਂਕਿ ਉਹ 2 ਵਾਰੀ ਲਗਾਤਾਰ ਇਲੈਕਸ਼ਨ ਹਾਰੇ ਨੇ ਔਰ ਐਤਕੀ ਉਹਨਾਂ ਦੀਆਂ ਵੋਟ ਪਰਸੈਂਟੇਜ ਘਟੀ ਹੈ, ਭਾਵੇਂ ਸੀਟ ਇੱਕ ਵਧੀ ਹੈ ਲੇਕਿਨ ਵੋਟ ਪਰਸੈਂਟੇਜ ਘਟੀ ਆ। ਇਸ ਕਰਕੇ ਹੋ ਸਕਦਾ ਸਾਲ ਦੇ ਬਾਅਦ ਉਹਨਾਂ ਨੂੰ ਹੀ ਕੰਪੈਲ ਕੀਤਾ ਜਾਏ ਕਿ ਨਵਾਂ ਲੀਡਰ ਆਏਗਾ, ਔਰ ਨਵੇਂ ਲੀਡਰਾਂ ਦੇ ਨਾਮ ਆਉਣੇ ਸ਼ੁਰੂ ਹੋ ਗਏ ਨੇ ਕਿ ਉਹਨਾਂ ਦਾ ਇਲੈਕਸ਼ਨ ਹੋਏਗਾ। ਫ੍ਰੀਲੈਂਡ ਐਂਡ ਕਾਰਨੇ 2 ਨਾਮ ਜਿਹੜੇ ਨੇ ਅੱਜ ਮਾਰਕੀਟ ਦੇ ਵਿੱਚ ਆ ਗਏ ਨੇ, ਔਰ ਮੈਂ ਸਮਝਦਾ ਕਿ ਇਹ ਬੇਫਜ਼ੂਲ ਦਾ ਇਲੈਕਸ਼ਨ ਸੀਗਾ। ਜੋ ਇਲੈਕਸ਼ਨ ਸ਼ੁਰੂ ਹੋਇਆ ਸੀ ਉੱਥੇ ਦਾ ਉੱਥੇ ਹੀ ਖੜਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਪੈਂਡੈਮਿਕ ਅਜੇ ਵੀ ਬਹੁਤ ਵੱਡੇ ਖਤਰੇ ਦੇ ਵਿੱਚ ਹੈ। ਐਲਬਰਟਾ ਇਜ਼ ਫੇਸਿੰਗ ਏ ਵੈਰੀ ਸੀਰੀਅਸ ਪ੍ਰੋਬਲਮ। ਉਹਨਾਂ ਨੇ ਰਿਕੁਐਸਟ ਕੀਤੀ, ਆਰਮੀ ਨੂੰ ਬੁਲਾਇਆ, ਅੱਜ ਉਹਨਾਂ ਨੇ ਆਪਣਾ ਹੈਲਥ ਮਿਨਿਸਟਰ ਫਾਇਰ ਕਰ ਦਿੱਤਾ, ਕੈਨੀ ਸਾਹਿਬ ਨੇ। ਸੋ ਦੇਰ ਆਰ ਲੋਟਸ ਆਫ ਪ੍ਰੋਬਲਮਸ। ਕਿੱਦਾਂ ਸੋਲਵ ਹੋਣਗੀਆਂ? ਜਿਹੜੇ ਵਾਅਦੇ ਕੀਤੇ ਗਏ ਨੇ ਬਿਲੀਅਨ ਐਂਡ ਟ੍ਰਿਲੀਅਨਸ ਡਾਲਰ ਦੇ, ਉਹ ਪੂਰੇ ਹੋਣਗੇ ਜਾਂ ਨਹੀਂ ਹੋਣਗੇ, ਇਹ ਆਉਣ ਵਾਲਾ ਟਾਈਮ ਦੱਸੇਗਾ। ਜੀ ਡਾਕਟਰ ਸਾਹਿਬ, ਮੈਂ ਨਿਰਮਲ ਢੀਂਡਸਾ ਨੂੰ ਵੀ ਰਿਕੁਐਸਟ ਕਰਦਾ ਕਿ ਇੱਕ ਵਾਰ ਉਹ ਵੀ ਆਪਣੇ ਓਪਨਿੰਗ ਕਮੈਂਟ ਜਿਹੜੇ ਆ ਉਹ ਆ ਕੇ ਦੇਣ ਕਿ ਉਹ ਕਿਸ ਨਜ਼ਰ ਨਾਲ ਇਸ ਸਾਰੀ ਇਲੈਕਸ਼ਨ ਨੂੰ ਦੇਖ ਰਹੇ ਆ। ਉਸ ਤੋਂ ਬਾਅਦ ਕਾਲੋਂ ਸਾਹਿਬ ਆਪਣੇ ਕਮੈਂਟ ਦੇਣਗੇ ਤੇ ਫਿਰ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਤੋਰਾਂਗੇ। ਜੀ ਢੀਂਡਸਾ ਸਾਹਿਬ, ਤੁਹਾਡਾ ਸਵਾਗਤ ਹੈ ਜੀ, ਵੈਲਕਮ। ਤੁਸੀਂ ਆਪਣੇ ਓਪਨਿੰਗ ਕਮੈਂਟ ਦਿਓ ਸਾਨੂੰ ਕਿ ਤੁਸੀਂ ਸਾਰਾ ਅੱਜ ਸੈਨੈਰੀਓ ਇਲੈਕਸ਼ਨ ਦਾ ਦੇਖ ਰਹੇ ਹੋ, ਪਿਛਲੇ ਕਈ ਦਿਨਾਂ ਤੋਂ ਆਪਣੀ ਗੱਲਬਾਤ ਵੀ ਹੋਈ ਆ, ਤੁਸੀਂ ਇਹ ਜਿਹੜਾ ਰਿਜ਼ਲਟ ਹੈ, ਐਂਡ ਰਿਜ਼ਲਟ ਹੈ, ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਇਲੈਕਸ਼ਨ ਅਨਨੈਸੈਸਰੀ ਸੀ। ਅੱਜ ਲੋਕਾਂ ਦੇ ਵਿੱਚ ਇਹ ਜਿਹੜਾ ਕੁਐਸਚਨ ਰੇਜ਼ ਕੀਤਾ ਗਿਆ ਸੀ ਉਹਦਾ ਆਨਸਰ ਨਹੀਂ ਮਿਲ ਰਿਹਾ ਕਿ ਇਲੈਕਸ਼ਨ ਕਾਹਤੇ ਕਾਲ ਕੀਤੀ ਗਈ ਸੀ। 610 ਮਿਲੀਅਨ ਟੈਕਸ ਪੇਅਰ ਦੇ ਉੱਪਰ ਇਹ ਸਾਰਾ ਪਿਆ, ਉਹ ਕਾਹਤੇ ਕਾਲ ਕੀਤੀ ਗਈ? ਪ੍ਰਧਾਨ ਮੰਤਰੀ ਵੱਲੋਂ ਕੋਈ ਇਹਦਾ ਆਨਸਰ ਨਹੀਂ ਕੀਤਾ ਗਿਆ। ਆਪੋਜੀਸ਼ਨ ਨੇ ਇਹਨੂੰ ਕੁਐਸਚਨ ਨੂੰ ਰੇਜ਼ ਕੀਤਾ, ਪਰ ਉਸ ਲੈਵਲ ਤੇ ਨਹੀਂ ਆਪੋਜੀਸ਼ਨ ਤੋਂ ਕੁਐਸਚਨ ਇਹ ਰੇਜ਼ ਹੋ ਸਕਿਆ ਜਿਸ ਲੈਵਲ ਦੇ ਉੱਤੇ ਉਹਨਾਂ ਨੂੰ ਰੇਜ਼ ਕਰਨਾ ਚਾਹੀਦਾ ਸੀ। ਤੇ ਅੱਜ ਦੀ ਜਿਹੜੀ ਸਿਚੁਏਸ਼ਨ ਆ ਉੱਥੇ ਹੀ ਆ। ਹੰਗ ਪਾਰਲੀਮੈਂਟ ਜਿਹਦੇ ਖਿਲਾਫ ਟਰੂਡੋ ਨੇ ਕਿਹਾ ਸੀ ਕਿ ਮੈਨੂੰ ਮੈਜੋਰਟੀ ਚਾਹੀਦੀ ਆ, ਅੱਜ ਉਹਨੂੰ ਕੀ ਮੈਜੋਰਟੀ ਮਿਲ ਗਈ? ਨੋ। ਅੱਜ ਉਹੀ ਸਿਚੁਏਸ਼ਨ ਆ ਜਿਹੜੀ ਪਹਿਲਾਂ ਸੀ। ਇਸ ਲਈ ਜਿਹੜੀ ਪਾਰਲੀਮੈਂਟ ਆ ਉਹ 158 ਇਹਦੀਆਂ ਮਿਲਦੀਆਂ ਲਿਬਰਲ ਦੀਆਂ, 119 ਕੰਜ਼ਰਵੇਟਿਵ ਦੀਆਂ। ਜੋ ਜਗਮੀਤ ਦੀ ਕਾਰਗੁਜ਼ਾਰੀ ਆ ਵਾਟ ਐਵਰ ਇਟ ਇਜ਼ 25 ਤੋਂ ਜਾਂ 26 ਜਾਂ 27 ਉੱਥੇ ਦੀ ਉੱਥੇ ਹੀ ਆ। ਇਸ ਲਈ ਮੇਰਾ ਖਿਆਲ ਹੈ ਕੈਨੇਡੀਅਨਸ ਦੇਰ ਵੈਰੀ ਕਨਫਿਊਜ਼। ਜਿਹੜੇ ਰੀਅਲ ਇਸ਼ੂਜ਼ ਉਹ ਇਸ ਇਲੈਕਸ਼ਨ ਦੇ ਵਿੱਚ ਮਿਸਿੰਗ ਰਹੇ। ਪਾਪੂਲਰ ਜਿਹੜੇ ਸਲੋਗਨ ਸੀ ਉਹ ਦਿੱਤੇ ਗਏ। ਪਾਪੂਲਰ ਸਲੋਗਨਸ ਦੇ ਕੇ ਸਾਰੀਆਂ ਤਿੰਨਾਂ ਹੀ ਪਾਰਟੀਆਂ ਨੇ ਕੋਈ ਰੀਅਲ ਇਸ਼ੂ ਨਹੀਂ ਡਿਸਕਸ ਕੀਤਾ। ਹੁਣ ਇਹ ਕੀਤਾ ਅਸੀਂ ਪਾਪੂਲਰ ਸਲੋਗਨ ਦੇ ਕੇ ਕਿੱਦਾਂ ਇਲੈਕਸ਼ਨ ਜਿੱਤ ਸਕਦੇ ਹਾਂ, ਉਹ ਇਹ ਪਤਾ ਨਹੀਂ। ਹੁਣ ਜਿਹੜੀ ਆਉਣ ਵਾਲੀ ਪਾਰਲੀਮੈਂਟ ਆ ਉਹਦੇ 'ਚ ਦੇ ਗੋਨਾ ਬੀ ਆਂਸਰੇਬਲ ਕਿ ਜਿਹੜੀ ਹਾਊਸਿੰਗ ਦੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ, ਵਾਅਦੇ ਆਫਟਰ ਵਾਅਦੇ, ਗੁਡੀਜ਼ ਆਫਟਰ ਗੁਡੀਜ਼, ਇਹ ਨਹੀਂ ਦੱਸਿਆ ਵੀ ਉਹ ਆਉਣੇ ਪੈਸੇ ਆਉਣੇ ਕਿੱਥੋਂ ਆ।
देयर आर ओनली टू सोर्सिस। नंबर 1 ਜਾਂ ਤਾਂ ਕਟੌਤੀ ਕੀਤੀ ਜਾਵੇ ਤੇ ਜਾਂ ਫਿਰ ਟੈਕਸ ਲਾਏ ਜਾਣ। ਹੁਣ ਟੈਕਸ ਬਾਰੇ ਕਿਸੇ ਨੇ ਗੱਲ ਕੀਤੀ, ਕਟੌਤੀ ਬਾਰੇ ਕਿਸੇ ਨੇ ਗੱਲ ਕੀਤੀ। ਮੈਂ ਤੇ ਸ਼ਾਰਦਾ ਸਾਹਿਬ ਦਾ ਰੀਅਲੀ ਸ਼ਾਰਦਾ ਸਾਹਿਬ ਨੇ ਜੋ ਕੀਤਾ ਆਈ ਐਗਰੀ ਵਿਦ ਦੈਮ ਮੋਰ ਔਰ ਲੈਸ, ਕਿਉਂਕਿ ਜਿਹੜੇ ਪੋਲੀਟੀਸ਼ੀਅਨ ਆਉਂਦੇ ਆ ਇਹ ਕਦੀ ਇਹ ਨਹੀਂ ਦੱਸਦੇ ਵੀ ਅਸੀਂ ਬਾਅਦ 'ਚ ਕੀ ਕਰਨਾ। ਇਹ ਪ੍ਰੋਮਿਸ ਜ਼ਰੂਰ ਕਰ ਜਾਂਦੇ ਆ ਤੇ ਬਾਅਦ 'ਚ ਹੁਣ ਜਿੱਦਾਂ ਐਗਜ਼ਾਮਪਲ ਕਰੈਚਿਆਂ ਨੇ ਸਲੋਗਨ ਦਿੱਤਾ ਸੀ ਕਿ ਮੈਂ GST ਹਟਾ ਦੂੰ। GST ਹਟਾਉਣ ਦੇ ਇਹਨੇ ਸਲੋਗਨ ਦੇ ਕੇ ਇਲੈਕਸ਼ਨ ਜਿੱਤ ਗਏ। ਉਹ ਤੋਂ ਬਾਅਦ ਫਿਰ 3 ਇਲੈਕਸ਼ਨਾਂ ਫਿਰ ਜਿੱਤ ਗਏ। ਉਹ ਤੋਂ ਬਾਅਦ ਇਹਨਾਂ ਨੇ GST ਵਿੱਚ ਕੋਈ ਕਟੌਤੀ ਨਹੀਂ ਕੀਤੀ। ਈਵਨ GST 'ਚ ਵਾਧਾ ਵੀ ਕੰਜ਼ਰਵੇਟਿਵ ਪਾਰਟੀ ਨੇ ਕੀਤਾ, ਮਲੋਨੀ ਕੀਤਾ ਸੀ, ਔਰ GST 'ਚ ਕਟੌਤੀ ਵੀ ਕੰਜ਼ਰਵੇਟਿਵ ਪਾਰਟੀ ਨੇ ਕੀਤੀ, ਹਾਰਪਰ ਨੇ 7 ਤੋਂ 5%। ਅੱਜ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਅੱਜ ਜਿਹਨੇ 3-4 ਲੀਡਰ ਲਿਬਰਲ, ਕੰਜ਼ਰਵੇਟਿਵ, NDP, ਅਸੀਂ ਇਹਨਾਂ ਨੂੰ ਸਮਝਦੇ ਜੋ ਬਲਾਕ ਕਿਊਬਿਕ ਤਾਂ ਹੈਗੇ ਕਿਊਬਿਕ ਦੇ ਵਿੱਚ, ਇਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਵਿਜ਼ਨ ਨਹੀਂ ਪੇਸ਼ ਕੀਤਾ, ਕੋਈ ਫਿਲਾਸਫੀ ਨਹੀਂ ਪੇਸ਼ ਕੀਤੀ। and I think they all of them they come to win the election and take the power। ਖਾਸ ਤੌਰ ਤੇ ਪ੍ਰਧਾਨ ਮੰਤਰੀ ਦੇ ਉੱਤੇ ਸਪੈਸ਼ਲ ਹਰ ਬੰਦੇ ਨੇ ਕੁਐਸਚਨ ਕੀਤਾ। ਈਵਨ ਮੈਨੂੰ ਅੱਜ ਬਹੁਤ ਸਾਰੇ ਬੰਦਿਆਂ ਦੇ ਸਧਾਰਨ ਬੰਦੇ ਦੇ ਫੋਨ ਆਏ, ਉਹ ਮੈਨੂੰ ਕਹਿੰਦੇ ਵੀ ਇਲੈਕਸ਼ਨ ਕਾਲ ਫॉर ਵਟ। ਜਿਹੜਾ ਅੱਜ ਹੰਗ ਪਾਰਲੀਮੈਂਟ ਹੈ ਬਣਨੀ ਆ, ਕੱਲ ਵੀ ਹੰਗ ਪਾਰਲੀਮੈਂਟ ਸੀ ਜਦੋਂ ਟਰੂਡੋ ਨੇ ਇਲੈਕਸ਼ਨ ਕਾਲ ਕੀਤੀ, ਤੇ ਵਾਈ ਹੀ ਕਾਲਡ ਦੀ ਇਲੈਕਸ਼ਨ। ਇਹਦਾ ਆਨਸਰ ਤਾਂ ਟਰੂਡੋ ਸਾਹਿਬ ਦੇ ਸਕਦੇ ਆ, ਜਾਂ ਜਿਹੜੇ ਲਿਬਰਲ MPs ਬਣੇ ਆ, ਜਿਹੜੇ ਲਿਬਰਲ MPs ਇਹ ਤਾਂ ਵਿਚਾਰੇ ਹੱਥ ਖੜੇ ਕਰਨ ਵਾਲੇ ਆ। ਇਹਨਾਂ ਨੂੰ ਚਾਹੇ ਸਾਡੇ ਬਰੈਂਪਟਨ ਦੇ ਬਾਰੇ ਬੜੀਆਂ ਗੱਲਾਂ ਹੋ ਰਹੀਆਂ, ਇਹ ਕਹਿੰਦੇ ਜੀ ਬਰੈਂਪਟਨ 'ਚ ਸਾਰੇ ਲਿਬਰਲ ਜਿੱਤ ਗਏ। ਆਈ ਵਿਸ਼ ਦਮ ਮੈਂ ਕੌਨਗ੍ਰੈਚੁਲੇਟ ਕਰਦਾ ਸ਼ਾਰਦਾ ਸਾਹਿਬ, ਬਹੁਤ ਵਧੀਆ ਗੱਲ ਹੋਈ ਆ। ਪਰ ਇਹਨਾਂ ਦੇ ਵਿੱਚੋਂ ਕੋਈ ਇੱਦਾਂ ਦਾ ਹੈਗਾ ਜਿਹੜਾ ਕੋਈ ਹੱਥ ਖੜੇ ਕਰਨ ਤੋਂ ਬਿਨਾਂ ਕੋਈ ਉਹਨੂੰ ਪ੍ਰਧਾਨ ਮੰਤਰੀ ਨੂੰ ਕੁਐਸਚਨ ਕਰ ਸਕੇ। ਸੋ ਦੈਟਸ ਵਾਟ ਆਈ ਥਿੰਕ। ਢੀਂਡਸਾ ਸਾਹਿਬ ਜੀ, ਕਾਲੋ ਸਾਹਿਬ ਕੋਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ TV ਇੱਕ ਵਾਰੀ ਔਨ ਕਰਾ ਕੇ ਬੇਟੀ ਨੂੰ ਕਹੋ ਕਿ ਉੱਥੋਂ ਜਿਹੜਾ ਤੁਹਾਨੂੰ ਸੈਟਿੰਗ ਕਰ ਦੇਣ। ਤੁਹਾਡਾ ਚਿਹਰਾ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦਾ, ਫਰੇਮ ਸੈੱਟ ਕਰਨਾ ਪੈਣਾ ਥੋੜਾ ਜਿਹਾ ਤੁਹਾਨੂੰ। ਤੁਸੀਂ TV ਦਾ ਸਕਰੀਨ ਜਦੋਂ ਔਨ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੀ ਤਸਵੀਰ ਕਿਸ ਤਰ੍ਹਾਂ ਆ ਰਹੀ ਆ, ਉਹਦੇ ਮੁਤਾਬਕ ਤੁਸੀਂ ਐਡਜਸਟ ਕਰ ਲੈਣਾ। ਸੋ ਅਸੀਂ ਅੱਗੇ ਚੱਲਦੇ ਹਾਂ ਜੀ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਹੋਰਾਂ ਕੋਲ ਲੈਂਦੇ ਹਾਂ ਓਪਨਿੰਗ ਕਮੈਂਟ ਕਿ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਇਲੈਕਸ਼ਨ ਨੂੰ, ਲੋਕ ਕੀ ਸੋਚ ਰਹੇ ਨੇ। ਤੇ ਉਹ ਕਾਫੀ ਘੁੰਮੇ ਨੇ ਇਸ ਇਲੈਕਸ਼ਨ ਦੇ ਵਿੱਚ, ਕਾਫੀ ਕੈਂਡੀਡੇਟਸ ਨੂੰ ਮਿਲੇ ਨੇ, ਅਸੀਂ ਮਿਲ ਕੇ ਇੰਟਰਵਿਊਜ਼ ਕੀਤੀਆਂ ਨੇ ਕੁਝ ਕੈਂਡੀਡੇਟਸ ਦੇ ਨਾਲ। ਸੋ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਜੀ ਕੋਲ ਜਾਣਦੇ ਆ ਕਿ ਉਹਨਾਂ ਨੇ ਇਸ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਿਆ ਤੇ ਕਿਸ ਤਰ੍ਹਾਂ ਮਾਣਿਆ ਵੀ ਇਲੈਕਸ਼ਨ ਨੂੰ, ਕਿਉਂਕਿ ਉਹਨਾਂ ਨੇ ਕਾਫੀ ਸਰਗਰਮੀ ਨਾਲ ਹਿੱਸਾ ਲਿਆ ਜੀ। ਸਭ ਤੋਂ ਪਹਿਲੀ ਗੱਲ ਗਿੱਲ ਸਾਹਿਬ, ਮੈਂ ਬਹੁਤ ਤੁਹਾਡਾ ਥੈਂਕਫੁਲ ਹਾਂ ਕਿ ਤੁਸੀਂ ਮੈਨੂੰ ਇਹ ਸਵਾਲ ਕੀਤਾ ਆ। ਤੇ ਮੈਂ ਵੀ ਡਾਕਟਰ ਸ਼ਾਰਦਾ ਔਰ ਢੀਂਡਸਾ ਸਾਹਿਬ ਨਾਲ ਇਸ ਗੱਲ ਨੂੰ ਸਹਿਮਤ ਹਾਂ। ਮੈਨੂੰ ਲੱਗਦਾ ਸਾਰਾ ਦੇਸ਼ ਹੀ ਸਹਿਮਤ ਆ, ਸਾਰੇ ਵੋਟਰ ਹੀ ਸਹਿਮਤ ਆ ਔਰ ਮਹਿਸੂਸ ਕਰਦੇ ਆ, ਮੈਂ ਵੀ ਉਹਨਾਂ ਨੂੰ ਮਹਿਸੂਸ ਕਰਦਾ ਹਾਂ ਭਈ ਇਹ ਜਿਹੜੀ ਚੋਣ ਆ ਇਹ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਿਹੜੀ ਕਰਾਈ ਇਸ ਹਾਲਾਤ ਦੇ ਵਿੱਚ, ਇਹਨਾਂ ਹਾਲਾਤ ਦੇ ਵਿੱਚ ਜਦੋਂ ਕਿ ਕਰੋਨਾ ਜਿਹੜਾ ਅਜੇ ਉਹਦੇ ਗਿਆ ਨਹੀਂ ਹੈ, ਇਹ ਖਤਰਾ ਉਸੇ ਤਰ੍ਹਾਂ ਹੀ ਬਰਕਰਾਰ ਆ ਜਿੱਦਾਂ ਸਾਰੀ ਦੁਨੀਆ 'ਚ ਖਤਰਾ ਆ ਕਰੋਨਾ ਦਾ, ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਕਰੋਨਾ ਦਾ ਖਤਰਾ ਆ। ਔਰ ਹੁਣ ਦੇਖੋ ਜਿਹੜੀ ਪੋਜੀਸ਼ਨ ਹੈਗੀ ਆ ਅੰਗ ਪਾਰਲੀਮੈਂਟ ਦੀ, ਉਹਦੇ 'ਚ ਲਿਬਰਲ ਦੀਆਂ 158 ਸੀਟਾਂ ਹੋ ਗਈਆਂ, ਕੰਸਰਵੇਟਿਵ ਦੀਆਂ 119 ਹੋ ਗਈਆਂ, ਬਲਾਕ ਬੈਕਵਰਡ ਦੀਆਂ 34 ਹੋ ਗਈਆਂ, NDP ਦੀਆਂ 25 ਹੋ ਗਈਆਂ। ਇਹ ਆਲਮੋਸਟ ਸਟੇਟਸ ਕੋ ਆ, ਜੋ ਕੁਝ ਪਹਿਲਾਂ ਪਾਰਲੀਮੈਂਟ ਦੇ ਵਿੱਚ ਸੀਗਾ ਚੋਣਾਂ ਤੋਂ ਪਹਿਲਾਂ, ਉਹੀ ਸਥਿਤੀ ਹੁਣ ਹੈਗੀ ਆ। ਔਰ ਇਹ ਜਿਹੜਾ ਕੁਐਸਚਨ ਆ ਇਹ ਚੋਣਾਂ ਦੇ ਵਿੱਚ ਵੀ ਕੀਤਾ ਜਾ ਰਿਹਾ, ਹੁਣ ਵੀ ਬਹੁਤ ਕੀਤਾ ਜਾ ਰਿਹਾ ਕਿ ਜੇ ਸਟੇਟਸ ਕੋ ਰਹਿਣਾ ਸੀਗਾ, ਪਹਿਲਾਂ ਵਾਲੀ ਹਾਲਤ ਹੀ ਰਹਿਣੀ ਸੀਗੀ, ਤਾਂ ਫਿਰ 600
10 ਮਿਲੀਅਨ 630 ਮਿਲੀਅਨ ਜਾਂ 650 ਮਿਲੀਅਨ ਜਿਹੜਾ ਡਾਲਰ ਹੈਗਾ ਲੋਕਾਂ ਦਾ ਖਰਚਾ ਕਰਨ ਦਾ, ਟੈਕਸ ਪੇਅਰ ਦਾ ਖਰਚਾ ਕਰਨ ਦਾ ਕੋਈ ਮਾਇਨਾ ਨਹੀਂ ਬਣਦਾ ਸੀਗਾ। ਔਰ ਵਾਕਿਆ ਹੀ ਇਹ ਫਜ਼ੂਲ ਦੀ ਇਲੈਕਸ਼ਨ ਸਾਬਤ ਹੋਈ ਆ, ਜਿਹਦੇ ਨਾਲ ਟੈਕਸ ਪੇਅਰ ਦੇ ਉੱਤੇ ਭਾਰ ਪਿਆ ਔਰ ਇਹਦਾ ਜਿਹੜਾ ਲਾਭ ਹੈਗਾ ਉਹ ਕੋਈ ਵੀ ਨਹੀਂ ਹੋਇਆ। ਸਟੇਬਲ ਗਵਰਨਮੈਂਟ ਬਣਨ ਦਾ, ਮੈਜੋਰਟੀ ਗਵਰਨਮੈਂਟ ਬਣਨ ਦਾ ਵੀ ਨਹੀਂ ਹੋਇਆ। ਔਰ ਇਹ ਜਿਹੜਾ ਸਵਾਲ ਹੈਗਾ ਇਹਦਾ ਟਰੂਡੋ ਸਾਹਿਬ ਖੁਦ ਵੀ ਕੋਈ ਬਹੁਤ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਜਦੋਂ ਡਿਬੇਟ ਦੇ ਵਿੱਚ ਵੀ ਇਹ ਗੱਲ ਹੁੰਦੀ ਰਹੀ ਆ ਤਾਂ ਉਹ ਆਲਮੋਸਟ ਡਿਫੈਂਸਿਵ ਤੇ ਰਹੇ ਆ। ਔਰ ਚੋਣਾਂ ਦੇ ਵਿੱਚ ਜਦੋਂ ਵੋਟਰ ਸਵਾਲ ਕਰਦੇ ਸੀਗੇ ਤਾਂ ਉਹਨਾਂ ਨੂੰ ਵੀ ਪਾਰਟੀ ਵੱਲੋਂ, ਪਾਰਟੀ ਦੇ ਉਮੀਦਵਾਰਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਜਿਹੜਾ ਉਹ ਨਹੀਂ ਦਿੱਤਾ ਗਿਆ। ਸਗੋਂ ਆਮ ਲੋਕ ਇਹ ਕਹਿੰਦੇ ਸੀਗੇ ਭਈ ਜੇ ਕੋਈ ਟਰੂਡੋ ਸਾਹਿਬ ਪ੍ਰੋ ਪੀਪਲ ਬਿੱਲ ਲਿਆਉਂਦੇ, ਕੋਈ ਇਸ ਕਿਸਮ ਦੀ ਗੱਲ ਹੁੰਦੀ, ਉਹਨਾਂ ਦਾ ਵਿਰੋਧ ਹੁੰਦਾ, ਕੋਈ ਵਿਰੋਧ ਕਰਦਾ ਤਾਂ ਫਿਰ ਤਾਂ ਉਹਨਾਂ ਦੀ ਜਸਟੀਫਿਕੇਸ਼ਨ ਹੋ ਸਕਦੀ ਸੀਗੀ। ਪਰੰਤੂ ਇਦਾਂ ਦੀ ਕੋਈ ਗੱਲ ਹੋਈ ਨਹੀਂ। ਉਹਨਾਂ ਦੀ ਸਰਕਾਰ ਚੱਲਣ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਰੁਕਾਵਟ ਨਹੀਂ ਪਈ। ਜਿਹੜੀ ਪਾਰਟੀ ਉਹਨਾਂ ਨੂੰ ਬਾਹਰੋਂ ਸਪੋਰਟ ਕਰਦੀ ਸੀਗੀ NDP, ਉਹਨੇ ਕਿਤੇ ਵੀ ਕੋਈ ਰੁਕਾਵਟ ਨਹੀਂ ਪਾਈ ਤੇ ਨਾ ਹੀ ਉਹਨਾਂ ਨੇ ਇਹ ਚਾਹਿਆ ਕਿ ਬਈ ਇਸ ਵਕਤ ਇਲੈਕਸ਼ਨ ਹੁੰਦੀ। ਸੋ ਮੇਰੀ ਫੀਲਿੰਗ ਇਹ ਆ ਕਿ ਇਹ ਕੈਨੇਡਾ ਦੇ ਉੱਤੇ, ਦੇਸ਼ ਦੇ ਉੱਤੇ ਜਿਹਦੀ ਆਲਰੇਡੀ ਸਾਡੀ ਜਿਹੜੀ ਗਵਰਨਮੈਂਟ ਆ ਇਹ ਡੈਫਿਸਿਟ ਦੇ ਵਿੱਚ ਚੱਲ ਰਹੀ ਆ, ਇਹਦੇ ਸਿਰ ਟ੍ਰਿਲੀਅਨਸ ਆਫ ਡਾਲਰ ਜਿਹੜਾ ਉਹ ਕਰਜ਼ਾ ਆ, ਤਾਂ ਇਹ ਅੱਜ ਅਸੀਂ ਕਹਿ ਸਕਦੇ ਆ ਭਈ ਇਹ ਜਿਹੜੀ ਚੋਣ ਸੀਗੀ ਇਹ ਬਿਲਕੁਲ ਗੈਰ ਵਾਜਿਬ ਤੇ ਫਜ਼ੂਲ ਹੋਈ ਹੈਗੀ ਆ, ਜਿਹਦਾ ਟੈਕਸ ਪੇਅਰਸ ਦੇ ਉੱਤੇ ਭਾਰ ਪਿਆ ਹੈਗਾ ਔਰ ਇਹਦਾ ਕੋਈ ਨਤੀਜਾ ਜਿਹੜਾ, ਇਹਦਾ ਲਾਭ ਜਿਹੜਾ ਉਹ ਕੋਈ ਨਹੀਂ ਹੋਇਆ ਜੀ। ਡਾਕਟਰ ਸ਼ਾਰਦਾ, ਹੁਣ ਆਪਾਂ ਸਾਰੇ ਮਿਲ ਕੇ ਅੱਗੇ ਥੋੜੀ ਜਿਹੀ ਗੱਲਬਾਤ ਵਧਾਉਨੇ ਆ। ਜਿੱਦਾਂ ਤੁਸੀਂ ਦੱਸਿਆ ਕਿ ਡੈਮੋਕ੍ਰੇਸੀ ਦਾ ਇੱਕ ਬੜਾ ਵੱਡਾ ਨੁਕਸ ਹੈ ਕਿ ਪਰਸੈਂਟੇਜ ਜਿਹੜੀ ਵੋਟ ਹੈ ਉਹ ਬਹੁਤ ਥੋੜੀ ਹੁੰਦੀ। ਜਿੱਦਾਂ ਤੁਸੀਂ ਦੱਸਿਆ ਕਿ 32.3% ਯਾਨੀ ਕਿ ਵੋਟ ਲਿਬਰਲ ਨੂੰ ਟੋਟਲ ਪਈ ਹੈ ਤੇ ਪਰ ਅਗਲੇ 2 ਸਾਲ ਲਈ ਸਹੀ ਘੱਟੋ ਘੱਟ, ਚਲੋ ਜਿੰਨਾ ਚਿਰ ਅਗਲੀ ਇਲੈਕਸ਼ਨ ਨਹੀਂ ਹੁੰਦੀ, ਮਿਨੋਰਟੀ ਸਰਕਾਰ ਬਣੀ ਆ ਤੇ ਬਾਕੀ ਲੋਕ ਟਰੂਡੋ ਦੇ ਹੱਕ 'ਚ ਨਹੀਂ ਸੀ ਤੇ ਹਮੇਸ਼ਾ ਇਦਾਂ ਹੁੰਦਾ ਆਇਆ ਕਿ ਜਿਹੜੀ ਵੋਟ ਪਰਸੈਂਟ ਹੈ ਉਹਦੇ ਮੁਤਾਬਕ ਸੀਟਾਂ ਨਹੀਂ ਨਿਕਲਦੀਆਂ। ਪਰ ਜਿਹੜਾ ਬਰੈਂਪਟਨ ਦਾ ਖਾਸ ਕਰਕੇ ਜਿਹੜੇ ਸਿਟੀ 'ਚ ਆਪਾਂ ਬੈਠੇ ਆ, ਜਾਂ ਜੇ ਦੇਖੀਏ ਮਿਸੀਸਾਗਾ ਨੂੰ ਵੀ ਜੋੜ ਲਈਏ, 6 ਸੀਟਾਂ ਉੱਥੋਂ ਦੀਆਂ ਤੇ 5 ਆਪਣੀਆਂ, ਇੱਥੋਂ ਦੀਆਂ ਜਿਹੜੀਆਂ 5 ਸੀਟਾਂ ਨੇ ਉਹਦੇ ਵਿੱਚ ਵੋਟ ਸ਼ੇਅਰ ਜਿਹੜਾ ਆ ਉਹ 50% ਤੋਂ ਉੱਪਰ ਹੈ ਸਾਰੇ ਦੇ ਸਾਰੇ ਲਿਬਰਲ ਦਾ। ਸਵਾਏ ਸ਼ਫਕਤ ਅਲੀ ਜਿਹੜੇ ਆ ਉਹਨਾਂ ਨੂੰ 48% ਵੋਟਾਂ ਦੇ ਪਈਆਂ ਨੇ। ਬਾਕੀ ਜਿੰਨੇ ਕੈਂਡੀਡੇਟ ਨੇ ਉਹ ਸਾਰੇ 50% ਤੋਂ ਉੱਤੇ ਨੇ। ਮਨਿੰਦਰ ਸਿੱਧੂ ਰਾਂ ਨੂੰ 55% ਵੋਟ ਸ਼ੇਅਰ ਮਿਲਿਆ ਤੇ ਰੂਬੀ ਸੋਤਾ ਰਾਂ ਨੂੰ 54% ਮਿਲਿਆ, ਸੋਨੀਆ ਸਿੱਧੂ ਨੂੰ 51 ਤੇ ਖਹਿਰਾ ਜਿਹੜੇ ਕਮਲ ਖਹਿਰਾ ਉਹਨਾਂ ਨੂੰ 55%। ਯਾਨੀ ਕਿ ਇਹਨਾਂ ਸਾਰਿਆਂ ਦਾ ਵੋਟ ਸ਼ੇਅਰ ਜਿੰਨੀਆਂ ਵੋਟਾਂ ਪੋਲ ਹੋਈਆਂ ਚੋਂ 50 ਤੋਂ ਉੱਪਰ ਗਿਆ, ਸਵਾਏ ਸੈਂਟਰਲ ਵਾਲੀ ਜਿਹੜੀ ਆ ਉਹਨੂੰ ਛੱਡ ਕੇ ਜੀ। ਸੋ ਇਦਾਂ ਹੀ ਮਿਸੀਸਾਗਾ 'ਚ ਹੋਏਗਾ। ਜਿਹੜਾ ਇਹ ਮਤਲਬ ਅੰਟਾਰੀਓ ਟੋਟਲ ਜਿਹੜਾ ਖਾਸ ਕਰਕੇ GTA ਆ, ਇੱਥੇ ਤਾਂ ਕੰਪਲੀਟਲੀ ਜਿਹੜਾ ਉਹ ਵਿਨ ਕੀਤਾ ਲਿਬਰਲ ਨੇ। ਇਹਦੇ ਪਿੱਛੇ ਮੈਂ ਡਾਕਟਰ ਸਾਹਿਬ ਨੂੰ ਜਾਣਨਾ ਚਾਹੁੰਦਾ ਹਾਂ ਕਿ ਕੀ ਕਾਰਨ ਹੋ ਸਕਦੇ ਆ। ਅੰਟਾਰੀਓ ਵੱਡੀ ਸਟੇਟ ਆ, ਜ਼ਿਆਦਾ ਸੀਟਾਂ ਵੀ ਇੱਥੇ ਨੇ ਤੇ ਇੱਥੇ ਪਕੜ ਨਹੀਂ ਬਣਾ ਸਕੇ PC ਵਾਲੇ ਜਾਂ NDP ਵਾਲੇ। ਹਾਲਾਂਕਿ ਜਿਵੇਂ ਡਾਕਟਰ ਸਾਹਿਬ ਨੇ ਸ਼ੁਰੂਆਤੀ ਕਿਹਾ ਕਿ ਜਿਹੜੀ ਕਮਿਊਨਿਟੀ ਚੋਂ ਜਗਮੀਤ ਸਿੰਘ ਆਉਂਦੇ ਨੇ, ਜਿੱਥੇ ਉਹਨਾਂ ਦਾ ਬੇਸ ਹੈ, ਉੱਥੇ ਜਾ ਕੇ ਉਹ ਨਿੱਠ ਕੇ ਕੰਮ ਨਹੀਂ ਕਰ ਸਕੇ। ਉਹਨਾਂ ਦਾ ਧਿਆਨ ਪੂਰੇ ਕੈਨੇਡਾ ਵਿੱਚ ਸੀਗਾ। ਇੱਥੇ ਕਿਤੇ ਵੀ ਉਹ ਕੋਈ ਬਹੁਤਾ ਪ੍ਰਭਾਵਸ਼ਾਲੀ ਉਹਨਾਂ ਦਾ ਜਿਹੜਾ ਕੈਂਡੀਡੇਟ ਨੇ ਉਹਨਾਂ ਨੇ ਸਾਨੂੰ ਨਹੀਂ ਆਪਣਾ ਦਿਖਾ ਸਕੇ ਉਹ ਕਿ ਉਹਨਾਂ ਦੀ ਕੋਈ ਹੋਂਦ ਬਹੁਤ ਸਟਰੋਂਗ ਇੱਥੇ ਨਜ਼ਰ ਆਵੇ। ਦੇਖੋ ਬੇਸਿਕਲੀ ਕੀ ਹੈ, ਇਸਤਿੰਜ਼ਾ ਸਾਹਿਬ ਤੁਸੀਂ ਹੁਣ ਬਹੁਤ ਅੱਛੇ ਲੱਗ ਰਹੇ ਹੋ, ਤੁਹਾਡੀ ਬਿਲਕੁਲ ਹੁਣ ਫੋਟੋ ਠੀਕ ਹੈ। ਹਾਂਜੀ, ਥੈਂਕ ਯੂ ਜੀ। ਬੇਸਿਕਲੀ ਕੀ ਹੈ ਕਿ ਓਨਟਾਰੀਓ ਹੀ ਇਲੈਕਸ਼ਨ ਜਿੱਤਦਾ। ਟਰੂਡੋ ਹੈਜ਼ ਵਨ ਓਨਲੀ ਔਨ ਦਾ ਬੇਸਿਸ ਆਫ ਓਨਟਾਰੀਓ ਐਂਡ ਔਨ ਦਾ ਬੇਸਿਸ ਆਫ ਕਿਊਬੈਕ। Otherwise, he had lost this election everywhere in Canada. तो बेसिक अगर ਅਸੀਂ ਸੋਚੀਏ ਇੱਥੋਂ ਕਿਉਂ ਹੋਇਆ, ਇਹ ਸਾਰੇ ਦੇ ਸਾਰੇ GTA ਦੇ ਵਿੱਚ ਯਾਦ ਰੱਖੋ ਕਿ ਮਾਈਨੋਰਿਟੀਜ਼ ਬੈਠੀਆਂ ਹੋਈਆਂ ਨੇ। ਮਾਈਨੋਰਿਟੀਜ਼ ਜਿਹੜੀਆਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਫਰੋਮ 1968 ਪੀਰੀਅਡ ਟਰੂਡੋ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਹੋਈ ਹੈ ਕਿ ਲਿਬਰਲ ਹੀ ਹੈ
ਜਿਹੜੀ ਕਿ ਸਾਡੀ ਮਦਦ ਕਰਦੀ ਹੈ। ਕੰਜ਼ਰਵੇਟਿਵ ਨੇ ਸਾਡੀ ਮਦਦ ਨਹੀਂ ਕਰਨੀ। ਹਾਲਾਂਕਿ ਰਿਕਾਰਡ ਇਹ ਸ਼ੋ ਕਰਦਾ ਕਿ ਜਿੰਨੇ ਮੈਕਸਿਮਮ ਵਧੀਆ ਰੂਲ ਇਮੀਗ੍ਰੇਸ਼ਨ ਦੇ ਬਣੇ ਨੇ ਉਹ ਕੰਜ਼ਰਵੇਟਿਵ ਦੇ ਟਾਈਮ ਤੇ ਗਵਰਨਮੈਂਟ ਵਾਲੇ ਬਣੇ ਨੇ। ਲੇਕਿਨ ਉਹਦੇ ਬਾਵਜੂਦ ਵੀ ਪਿਛਲੀ ਵਾਰੀ ਜਿਹੜਾ ਇਲੈਕਸ਼ਨ ਹੋਇਆ ਸੀ ਉਹ ਹੋਇਆ ਸੀ ਸੀਰੀਆ ਦੇ 30,000 ਬੰਦੇ ਅਸੀਂ ਲੈ ਆਵਾਂਗੇ ਨਾ ਜੀ, ਹਾਰਪਰ ਨੇ ਕਹਿਤਾ ਅਸੀਂ ਕੋਈ ਨਹੀਂ ਲਿਆਵਾਂਗੇ। ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਇਮੀਗ੍ਰੈਂਟਸ ਨੂੰ ਬੜੀਆਂ ਪਲੀਜ਼ ਕਰਦੀਆਂ ਨੇ। ਇਸ ਕਰਕੇ ਇਮੀਗ੍ਰੈਂਟਸ ਨੇ ਐਨ ਬਲਾਕ ਵੋਟ ਪਾਈ ਹੈ। ਮੈਂ ਅੱਜ ਵੀ ਕਹਿੰਦਾ ਅਗਰ NDP ਨੇ ਕੁਝ ਆਪਣੀ ਹੋਂਦ ਰੱਖਣੀ ਹੈ ਜਾਂ ਆਪਣੇ ਆਪ ਨੂੰ ਮਤਲਬ ਸਟੈਬਲਿਸ਼ ਕਰਨਾ, ਉਹ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਨਿਕਲ ਕੇ ਓਨਟੇਰੀਓ ਦੇ ਉੱਪਰ ਜ਼ੋਰ ਦੇਣ। ਔਰ ਓਨਟੇਰੀਓ ਨੂੰ ਜਿੱਤਿਆ ਸੀਗਾ ਲਾਸਟ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਸੀਗਾ ਹਾਰਪਰ ਨੇ ਕੁਝ ਸੀਟਾਂ ਇੱਥੋਂ ਜਿੱਤੀਆਂ ਸੀ, ਲੇਕਿਨ ਉਸ ਤੋਂ ਪਹਿਲਾਂ ਬ੍ਰਾਇਨ ਮਲਰੋਨੀ ਨੇ ਮੈਕਸਿਮਮ ਸੀਟਾਂ ਜਿੱਤੀਆਂ ਸੀ ਓਨਟੇਰੀਓ ਦੇ ਵਿੱਚੋਂ। ਉਹ ਜਦ ਤੱਕ ਤੁਸੀਂ ਓਨਟੇਰੀਓ ਦੇ ਵਿੱਚੋਂ ਸੀਟਾਂ ਨਹੀਂ ਜਿੱਤੋਗੇ, ਕਿਊਬਿਕ ਚੋਂ ਸੀਟਾਂ ਨਹੀਂ ਜਿੱਤੋਗੇ, ਤੁਸੀਂ ਕਦੀ ਵੀ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੇ। ਅੱਜ ਮੈਂ ਬਹੁਤ ਸਪੈਸ਼ਲਿਸਟ ਜਿਹੜੇ ਬੈਠੇ ਹੋਏ ਸੀਗੇ CTV ਤੇ, ਉਹਨਾਂ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਸਾਨੂੰ ਨਜ਼ਰ ਨਹੀਂ ਆਉਂਦੀ ਕਿ ਉਹ ਮੈਜੋਰਟੀ ਲੈ ਕੇ ਜਾਏਗੀ। ਇਹ ਇੱਦਾਂ ਦਾ ਹੀ ਜਿਹੜਾ ਮਤਲਬ ਇੱਕ ਬਣ ਗਿਆ ਸਿਸਟਮ, ਇਹਨੂੰ ਤੁਹਾਨੂੰ ਅਡਾਪਟ ਕਰਨਾ ਪੈਣਾ ਔਰ ਇਹਦੇ ਵਿੱਚ ਹੀ ਤੁਹਾਨੂੰ ਰਹਿਣਾ ਪੈਣਾ। ਜੀ ਕਾਲੋ ਸਾਹਿਬ ਤੇ ਢੀਂਡਸਾ ਸਾਹਿਬ ਤੇ ਤੁਹਾਡਾ ਸਮਾਂ ਹੋਣਾ ਹੈ। ਜਿਹੜੀ ਗੱਲ ਸਾਡੇ ਐਕਸਪਰਟ ਤਿੰਨੇ ਹੀ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਇਹ ਇੱਕ ਗਲਤ ਡਿਸੀਜਨ ਸੀਗਾ ਟਰੂਡੋ ਸਾਹਿਬ ਦਾ ਕਿ ਟੈਕਸ ਪੇਅਰ ਦੇ ਉੱਤੇ ਕਾਫੀ ਵੱਡਾ ਬਰਡਨ ਜਿਹੜਾ ਉਹ ਪਾਤਾ, ਔਰ ਉਹ ਵੀ ਰਾਤ ਐਸੇ ਸੀਗੇ ਕੋਵਿਡ ਦੇ ਦਰਮਿਆਨ ਜਦੋਂ ਇਹ ਇਲੈਕਸ਼ਨ ਜਿਹੜੀ ਆ ਨਹੀਂ ਸੀ ਹੋਣੀ ਚਾਹੀਦੀ, ਲੋਕ ਵੀ ਮਹਿਸੂਸ ਕਰਦੇ ਸੀ ਔਰ ਜਿਹੜੀ ਆਪੋਜੀਸ਼ਨ ਪਾਰਟੀਆਂ ਉਹ ਵੀ ਮਹਿਸੂਸ ਕਰਦੀਆਂ ਸੀ, ਤੇ ਫਿਰ ਟਰੂਡੋ ਸਾਹਿਬ ਆਪਣਾ ਗੋਲ ਵੀ ਅਚੀਵ ਨਹੀਂ ਕਰ ਸਕੇ। ਕੀ ਉਹਨਾਂ ਤੇ ਕੋਈ ਦਬਾਅ ਐਸਾ ਬਣੇਗਾ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਨਾ ਆਉਣੇ ਸ਼ੁਰੂ ਹੋ ਗਏ ਨੇ ਜਿਹੜੇ ਅਲਟਰਨੇਟਿਵ ਲੀਡਰ ਲਿਬਰਲ ਚੋਂ ਹੋ ਸਕਦੇ ਨੇ, ਭਾਵੇਂ ਉਹ ਹੁਣੇ ਨਾ ਵੀ ਹੋਣ, ਕਿ ਅੱਗੇ ਚੱਲ ਕੇ ਟਰੂਡੋ ਸਾਹਿਬ ਵਾਸਤੇ ਅਗਲੀ ਇਲੈਕਸ਼ਨ ਤੱਕ ਜਾਂਦਿਆਂ ਘੱਟੋ ਘੱਟ ਕੋਈ ਜਿਹੜਾ ਲੀਡਰਸ਼ਿਪ ਦੀ ਚੇਂਜ ਦੀ ਸੰਭਾਵਨਾ ਤੁਸੀਂ ਵੇਖਦੇ ਹੋ? ਕੀ ਕੋਈ ਮੌਕਾ ਐਸਾ ਵੀ ਬਣ ਸਕਦਾ ਕਿ ਹੁਣੇ ਇਹ ਪ੍ਰੈਸ਼ਰ ਬਣੇ ਕਿ ਤੁਸੀਂ ਵੱਡਾ ਨੁਕਸਾਨ ਕੀਤਾ ਜੀ, ਪਾਰਟੀ ਦਾ ਵੀ ਕੋਈ ਫਾਇਦਾ ਨਹੀਂ ਹੋਇਆ, ਕੰਟਰੀ ਦੇ ਉੱਤੇ ਵੀ ਬੋਝ ਪਿਆ, ਤੇ ਲੀਡਰ ਜਿਹੜਾ ਆ ਉਹ ਚੇਂਜ ਕੀਤਾ ਜਾ ਸਕੇ? ਇਸੇ ਤਰ੍ਹਾਂ ਹੀ ਮੈਂ ਦੂਜਾ ਸਵਾਲ ਵੀ ਨਾਲ ਪੁੱਛ ਲਾਂ ਕਿ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਆ ਕਿ PC ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵੀ ਕੋਈ ਪ੍ਰਭਾਵ ਨਹੀਂ ਆਪਣਾ ਪਾ ਸਕੇ, ਉਹ ਆਟਵਾ ਹੋਟਲ 'ਚ ਬਹਿ ਕੇ ਹੀ ਗੱਲਾਂ ਕਰਦੇ ਰਹੇ, ਲੋਕਾਂ ਵਿੱਚ ਨਹੀਂ ਗਏ। ਤੇ ਕੀ ਅਜੇ ਤੋਂ ਨਵੇਂ ਬਣੇ ਸੀਗੇ, ਕੀ ਉਹਨਾਂ ਨੂੰ ਹੋਰ ਮੌਕਾ ਦਿੱਤਾ ਜਾਏਗਾ ਕਿ ਪਾਰਟੀ ਇੱਕ ਵਾਰੀ ਯਾਰ ਹੋਰ ਹਾਰ ਜਾਵੇ ਤੇ ਫਿਰ ਉਹ ਲੀਡਰ ਬਦਲਣਗੇ, ਜਾਂ ਫਿਰ ਹੁਣ ਹੀ ਉਹ ਕੁਝ ਨਾ ਕੁਝ ਆਪਣੀ ਚੇਂਜਸ ਬਾਰੇ ਸੋਚਣਗੇ ਕਿ ਅਗਲੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਵਿੱਚ ਜਾਣਾ? ਜੀ ਗਿਲ ਸਾਹਿਬ ਤੁਸੀਂ ਮੈਨੂੰ ਕੁਐਸਚਨ ਕੀਤਾ? ਜੀ ਢੀਂਡਸਾ ਸਾਹਿਬ, ਹਾਂਜੀ ਸਾਂਝਾ ਹੀ ਕੁਐਸਚਨ ਹੈ, ਤੁਸੀਂ ਜਵਾਬ ਦਿਓ ਪਹਿਲਾਂ। ਹਾਂਜੀ ਗਿਲ ਸਾਹਿਬ, ਇਹ ਇਲੈਕਸ਼ਨ ਇੱਕ ਮਾਈਲਸਟੋਨ ਦੀ ਤਰ੍ਹਾਂ ਹੋਏਗੀ ਕੈਨੇਡਾ ਦੀ ਹਿਸਟਰੀ 'ਚ। ਹੈਲੋ ਸੁਣ ਰਹੇ ਜੀ? ਠੀਕ ਜਾ ਰਹੀ ਬਾਤ? ਹੈਲੋ ਹਾਂਜੀ ਢੀਂਡਸਾ ਸਾਹਿਬ ਬੋਲੋ ਠੀਕ ਜਾ ਰਹੇ ਤੁਸੀਂ? ਜਿਹਦਾ ਸ਼ਾਰਦਾ ਸਾਹਿਬ ਤੁਸੀਂ ਇਹਨੂੰ ਸੈੱਟ ਨਾ ਕਰੋ, ਠੀਕ ਹੈ, ਤੁਸੀਂ ਥੋੜਾ ਜਿਹਾ ਅੱਗੇ ਹੋ ਕੇ ਬੈਠੋ, ਢੋ ਨਾ ਲਾਓ, ਬਾਕੀ ਠੀਕ ਹੈ ਤੁਸੀਂ। ਹਾਂਜੀ ਜਿਹਦਾ ਸ਼ਾਰਦਾ ਸਾਹਿਬ ਨੇ ਗੱਲ ਕੀਤੀ ਆ, ਮੈਂ ਉਹਨਾਂ ਦੇ ਨਾਲ ਐਗਰੀ ਆ। ਕੈਨੇਡਾ ਦੀ ਸਿਚੁਏਸ਼ਨ ਕਿਤੇ ਇੱਦਾਂ ਦੀ ਨਾ ਗੱਲ ਬਣ ਜਾਏ ਇਟਲੀ ਵਰਗੀ, ਯੂਰਪ ਵਰਗੀ, ਮੇਰਾ ਖਿਆਲ ਉਹ ਉੱਦਾਂ ਦੀ ਬਣਦੀ ਜਾ ਰਹੀ ਆ। ਕਿਉਂਕਿ ਜੋ ਕੁਛ ਇਸ ਵੇਲੇ ਜਿੱਦਾਂ ਪ੍ਰਧਾਨ ਮੰਤਰੀ ਨੇ ਇਲੈਕਸ਼ਨ ਕਾਲ ਕੀਤੀ ਆ, ਕਿੰਨੀ ਟੈਕਸ ਪੇਅਰਸ ਦੇ ਹੈਵ ਟੂ ਪੇ $610 ਮਿਲੀਅਨ ਫॉर ਨਥਿੰਗ। ਐਂਡ ਆਉਣ ਵਾਲੀ ਜਿਹੜੀ ਸਿਚੁਏਸ਼ਨ ਹੈ, ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿਸੇ ਨੇ ਰੀਅਲ ਇਸ਼ੂਜ਼ ਨਹੀਂ ਡਿਸਕਸ ਕੀਤੇ। ਐਂਡ ਜਿਹੜੇ ਪਾਪੂਲਰ ਸਲੋਗਨ ਸੀ ਉਹੀ ਦਿੱਤੇ ਆ। ਕੰਜ਼ਰਵੇਟਿਵ ਪਾਰਟੀ ਵੀ ਉਹਦੇ ਸ਼ਾਮਲ ਹੋ ਗਈ, ਐਂਡ ਜਿਹੜੀ ਲਿਬਰਲ ਪਾਰਟੀ ਸੀ ਉਹਨਾਂ ਨੇ NDP ਦਾ ਏਜੰਡਾ ਅਡਾਪਟ ਕਰ ਲਿਆ। NDP ਨੇ ਹੋਰ ਐਕਸਟਰਾ ਲੈਫਟ ਜਾਣਾ ਸ਼ੁਰੂ ਕਰਤਾ। NDP ਕੋਲ ਬੜਾ ਕੋਈ ਚਾਂਸ ਨਹੀਂ ਸੀ, ਉਹਨਾਂ ਨੇ ਹੋਰ ਇਹ ਜਿਹਦਾ ਰੱਟ ਲਾਈ ਆ। ਉਹਨਾਂ ਕਿਹਾ ਰਿਚ ਪੀਪਲ ਦੇ ਉੱਤੇ 1% ਟੈਕਸ ਲਾ ਦਿਓ। ਲਿਬਰਲ ਨੇ ਕਹਿ ਤਾ ਜੀ ਬੈਂਕ ਐਂਡ ਇੰਸ਼ੋਰੈਂਸ ਕੰਪਨੀਆਂ ਜਿਹੜੀ 1 ਬਿਲੀਅਨ ਤੋਂ ਉੱਪਰ ਬਣਾਉਣੀਆਂ ਉਹਨਾਂ ਦੇ ਉੱਤੇ 3% ਟੈਕਸ ਲਾ ਦਿਓ। ਹੁਣ ਮੈਨੂੰ ਇੰਸ਼ੋਰੈਂਸ ਕੰਪਨੀ ਅਤੇ ਬੈਂਕਾਂ ਦੀ ਐਸੋਸੀਏਸ਼ਨ ਦਾ ਜਿਹੜੀ ਸਟੇਟਮੈਂਟ ਆਈ, ਉਹ ਕਹਿੰਦੇ ਵੀ ਡੋਂਟ ਕੰਸੀਡਰ ਅਸ ਪਿਗੀ ਬੈਂਕ। ਹੁਣ ਇਹ ਹਾਲੇ ਡਿਬੇਟ ਇਹ ਸ਼ੁਰੂ ਹੋਈ ਆ, ਇਹ ਸ਼ੁਰੂ ਹੋਈ ਆ
ਕਿ ਜਿਹੜੇ ਇੰਨੇ ਟੈਕਸਿਸ ਲਾ ਕੇ ਕਾਰਪੋਰੇਸ਼ਨ ਇੱਕ ਕਾਰਪੋਰੇਸ਼ਨ 15% ਪੇ ਕਰ ਰਹੀ ਹੈ, ਦੂਜੀ ਕਾਰਪੋਰੇਸ਼ਨ 18% ਪੇ ਕਰ ਰਹੀ ਹੈ। ਆਈ ਥਿੰਕ ਇਟਸ ਗੋਨਾ ਬੀ lot of discussion and there are going to be lot of consequences। ਇਹਦਾ ਆਨਸਰ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਪੋਪੂਲਰ ਸਲੋਗਨਸ ਦੇ ਕੇ ਭਾਲਦੀਆਂ ਉਹਦੇ ਵਿੱਚ ਨਹੀਂ ਨਿਕਲਣਾ। ਐਂਡ ਇਹ ਜਿਹੜਾ ਟਰੂਡੋ ਸਾਹਿਬ ਨੇ ਅੱਜ ਇਸ ਵੇਲੇ ਜਿਹੜਾ ਕੈਨੇਡਾ ਦੀ ਸਿਚੁਏਸ਼ਨ ਹੈ ਕੋਈ ਬਾਹਲੀ ਵਧੀਆ ਨਹੀਂ। OCED ਨੇ ਅੱਜ ਕਹਿ ਦਿੱਤਾ ਕਿ ਜਿਹੜੀ ਕੈਨੇਡਾ ਦੀ ਗਰੋਥ ਹੈ 6.1 ਤੋਂ ਘਟ ਕੇ 5.4% ਰਹਿ ਜੂ। ਉਹ ਜਿਹੜੇ ਲਿਬਰਲਸ ਆ, ਲਿਬਰਲਸ ਮਿਨੋਰਟੀ ਸਰਕਾਰ ਆਉਣੀ ਹੈ। ਇਹਨਾਂ ਕੋਲ ਕਿਹੜਾ ਮੈਜਿਕ ਹੈ ਜਿਹੜਾ ਅੱਜ ਸਰਵਿਸਿੰਗ ਇੰਡਸਟਰੀ ਰੈਸਟੋਰੈਂਟ ਇੰਡਸਟਰੀ ਉਹਨਾਂ 'ਚ 1,75,000 ਲੋਕਾਂ ਦੀ ਸ਼ਾਰਟੇਜ ਹੈ। ਨਾ ਬਾਹਰੋਂ ਇਮੀਗ੍ਰਾਂਟਸ ਬਣ ਰਹੇ ਆ, ਉਹਦੀ ਕੋਈ ਪਲੈਨਿੰਗ ਨਹੀਂ। ਸਟੂਡੈਂਟਸ ਮੰਗਾ ਰਹੇ ਆ, ਨਾ ਪਤਾ ਵੀ ਉਹਨਾਂ ਨੇ ਕਿੱਥੇ ਠਹਿਰਨਾ, ਕਿੰਨਾ ਉਹਨਾਂ ਰੈਂਟ ਪੇ ਕਰਨਾ, ਕਿੰਨੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ, ਆਲ ਕਾਈਂਡ ਆਫ ਥਿੰਗਸ। ਇਹ ਆਈ ਡੋਂਟ ਨੋ। ਆਈ ਥਿੰਕ ਰੱਬੀ ਇਹਨਾਂ ਦਾ ਆਸਰਾ। ਆਈ ਡੋਂਟ ਬਲੀਵ ਵਟ ਐਵਰ ਦੇ ਡੂਇੰਗ। ਜੀ ਕਾਲੋ ਸਾਹਿਬ, ਤੁਸੀਂ ਜਿਹੜਾ ਇਹ ਸਵਾਲ ਸੀਗਾ ਕਿ ਜਸਟਿਨ ਟਰੂਡੋ ਦੇ ਉੱਪਰ ਹੁਣ ਲੀਡਰਸ਼ਿਪ ਜਿਹੜੀ ਆ ਉਹਦੇ ਤੇ ਕੋਈ ਅਸਰ ਪੈ ਸਕਦਾ ਇਸ ਗੱਲ ਦਾ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 1-2 ਨਾਂ ਆਉਣੇ ਸ਼ੁਰੂ ਹੋ ਗਏ, ਕਿ ਰੀਸੈਂਟਲੀ ਜਾਂ ਅਗਲੀ ਇਲੈਕਸ਼ਨ ਤੋਂ ਪਹਿਲਾਂ ਲਿਬਰਲ ਪਾਰਟੀ ਲੀਡਰ ਚੇਂਜ ਕਰਨ ਦਾ ਸੋਚ ਸਕਦੀ ਹੈ ਜਾਂ ਨਹੀਂ? ਦੇਖੋ ਜੀ, ਇਹਦੀ ਸੰਭਾਵਨਾ ਬਿਲਕੁਲ ਸਾਹਮਣੇ ਹੈਗੀ ਆ। ਤੇ ਪਿਛਲੀ ਵਾਰੀ ਵੀ ਟਰੂਡੋ ਮਿਨੋਰਟੀ ਗਵਰਨਮੈਂਟ ਹੀ ਬਣਾ ਸਕੇ, ਐਤਕਾਂ ਵੀ ਟਰੂਡੋ ਦੀ ਲੀਡਰਸ਼ਿਪ ਦੇ ਵਿੱਚ ਮਿਨੋਰਟੀ ਗਵਰਨਮੈਂਟ ਬਣੀ ਹੈਗੀ ਆ। ਸੋ ਇਹ ਭਾਵੇਂ ਮਿਨੋਰਟੀ ਗਵਰਨਮੈਂਟ ਜਿਹੜੀ ਆ ਦੂਜਿਆਂ ਨਾਲੋਂ ਵੱਧ ਸੀਟਾਂ ਆਉਣ ਕਰਕੇ ਬਣਾਉਣਗੇ ਉਹ, ਪਰ ਇਹ ਉਹਨਾਂ ਦੀ ਕੋਈ ਜਿੱਤ ਨਹੀਂ ਸਮਝੀ ਜਾ ਸਕਦੀ। ਜੇ ਉਹ ਪੂਰੀ ਮੈਜੋਰਟੀ ਨਹੀਂ ਲਿਜਾਂਦੇ ਤਾਂ ਉਹ ਉਹਨਾਂ ਨੂੰ ਵਧੀਆ ਲੀਡਰ ਨਹੀਂ ਕੰਸੀਡਰ ਕੀਤਾ ਜਾ ਸਕਦਾ। ਸੋ ਇਹਦੀ ਸੰਭਾਵਨਾ ਹੈਗੀ ਆ ਕਿ ਤਬਦੀਲੀ ਕੀਤੀ ਜਾ ਸਕਦੀ ਆ। ਉਹ ਹੁਣ ਹੁੰਦੀ ਆ ਕਿ ਗਾਂਹ ਹੁੰਦੀ ਆ, ਇਹ ਵੱਖਰੀ ਗੱਲ ਹੈਗੀ ਆ। ਇਹ ਜਿਹੜੀ ਗਿੱਲ ਸਾਹਿਬ ਫ੍ਰੈਕਚਰਡ ਵਰਡਿਕਟ ਹੈਗੀ ਆ ਨਾ, ਫ੍ਰੈਕਚਰ ਵਰਡਿਕਟ ਇਸ ਗੱਲੋਂ ਨਹੀਂ ਆ ਭਈ ਇਹ ਜਿਹੜੀਆਂ ਟਰੂਡੋ ਦੀਆਂ 158 ਸੀਟਾਂ ਆ, ਉਹਨਾਂ ਚੋਂ 126 ਸੀਟਾਂ ਸਿਰਫ 3 ਸੂਬਿਆਂ ਚੋਂ ਆ। ਉਹਦੇ 'ਚ ਓਨਟਾਰੀਓ ਚੋਂ 78 ਸੀਟਾਂ ਜਿਹੜੀਆਂ ਉਹ ਲਿਬਰਲ ਪਾਰਟੀ ਕੋਲ ਨੇ, ਕੁਬੈਕ ਵਿੱਚ 33 ਨੇ ਤੇ BC ਦੇ ਵਿੱਚ 15 ਨੇ। ਸੋ ਇਹ 3 ਸੂਬੇ ਨੇ ਜਿਨ੍ਹਾਂ ਨੂੰ ਰਿਪਰੈਜ਼ੈਂਟ ਲਿਬਰਲ ਪਾਰਟੀ ਕਰਦੀ ਆ। ਇਹ ਮਿਨੋਰਟੀ ਹੋਣ ਕਰਕੇ ਵੀ ਫ੍ਰੈਕਚਰਡ ਜਿਹੜਾ ਵਰਡਿਕਟ ਨਹੀਂ ਗਾ, ਬਲਕਿ ਜੇ ਇਹਨੂੰ ਓਵਰਆਲ ਦੇਖਿਆ ਜਾਵੇ ਤਾਂ ਇਸ ਹਿਸਾਬ ਨਾਲ ਇਹ ਪਾਰਟੀ ਤੇ ਇਹਦੇ ਲੀਡਰ ਜਿਹੜੇ ਹੈਗੇ ਆ ਉਹ ਸਾਰੇ ਕੈਨੇਡਾ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਔਰ ਜਿਹੜੀ ਗੱਲ ਇੱਥੋਂ ਬਰੈਂਪਟਨ ਦੀ ਤੁਸੀਂ ਕੀਤੀ ਸੀਗੀ ਕਿ ਇਹ ਪੰਜੇ ਦੀਆਂ 5 ਸੀਟਾਂ ਜਿਹੜੀਆਂ ਉਹ ਕਿੱਦਾਂ ਰਿਟੇਨ ਕਰ ਲਈਆਂ ਲਿਬਰਲ ਨੇ, ਇਹ ਬਿਲਕੁਲ ਦਰੁਸਤ ਗੱਲ ਆ ਕਿ ਜਿਹੜੇ ਇਮੀਗ੍ਰੈਂਟ ਆ, ਖਾਸ ਕਰਕੇ ਜਿਹੜੇ ਪੰਜਾਬੀ ਇਮੀਗ੍ਰੈਂਟ ਆ, ਉਹ ਇਹ ਸਮਝਦੇ ਆ ਕਿ ਬਈ ਅਸੀਂ ਜੇ ਕੈਨੇਡਾ ਵਿੱਚ ਆਏ ਆ ਤਾਂ ਉਹ ਜਿਹੜਾ ਟਰੂਡੋ ਦੇ ਪਿਤਾ ਸੀਗੇ ਪੀਅਰ ਟਰੂਡੋ, ਉਹਨਾਂ ਦੇ ਕਰਕੇ ਇਹ ਜਿਹੜਾ ਸਿਲਸਿਲਾ ਕੈਨੇਡਾ ਦੇ ਵਿੱਚ ਆਉਣ ਦਾ ਖੁੱਲ੍ਹਿਆ ਸੀਗਾ ਤੇ ਉਹਨਾਂ ਨੇ ਸਾਨੂੰ ਕੈਨੇਡਾ ਦੇ ਵਿੱਚ ਲਿਆਂਦਾ। ਔਰ ਹੁਣ ਵੀ ਜਿਹੜਾ ਜਸਟਿਨ ਟਰੂਡੋ ਆ, ਪੀਅਰਸਨ ਟਰੂਡੋ ਦਾ ਜਿਹੜਾ ਬੇਟਾ ਆ, ਇਹ ਸਾਨੂੰ ਜਿਹੜਾ ਲਿਆ ਰਿਹਾ ਹੈਗਾ। ਯਾਨੀ ਕਿ ਅਸੀਂ ਜੇ ਕੈਨੇਡਾ ਦੇ ਵਿੱਚ ਹੈਗੇ ਆ ਤਾਂ ਅਸੀਂ ਟਰੂਡੋ ਫੈਮਿਲੀ ਕਰਕੇ ਆ। ਇਸ ਕਰਕੇ ਉਹ ਜਿਹੜੇ ਇਮੀਗ੍ਰੈਂਟ ਹੈਗੇ ਆ, ਖਾਸ ਕਰਕੇ ਕਿਉਂਕਿ ਬਰੈਂਪਟਨ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਆ ਵੱਡੀ ਹੈਗੀ ਆ, ਸੋ ਇਹ ਸਾਰਾ ਦਾ ਸਾਰਾ ਝੁਕਾਅ ਜਿਹੜਾ ਹੈਗਾ ਇਧਰ ਨੂੰ ਹੋ ਗਿਆ। ਤੇ ਇਸ ਕਰਕੇ ਬਰੈਂਪਟਨ ਦੇ ਵਿੱਚ ਜਿਹੜੀਆਂ ਲਿਬਰਲ ਜਿਹੜੀ ਹੈਗੀ ਆ ਉਹ 5 ਦੀਆਂ 5 ਸੀਟਾਂ ਆਪਣੀਆਂ ਰਿਟੇਨ ਕਰ ਗਈ ਆ। ਸੀ ਸਾਡਾ ਦੀਆਂ 6 ਸੀਟਾਂ ਵੀ ਤੇ ਪੂਰੀਆਂ ਲਿਬਰਲ ਕੋ ਗਈਆਂ ਨਾ, ਉਹਦੇ ਪਿੱਛੇ ਕੀ ਕਾਰਨ ਹੈ? ਹਾਂਜੀ, 6 ਦੀਆਂ 6 ਜਿਹੜੀਆਂ ਨੇ ਉਹ ਵੀ ਲਿਬਰਲ ਕੋ ਗਈਆਂ, ਯਾਨੀ ਕਿ ਪੀਲ ਏਰੀਆ ਲਗਭਗ ਸਾਰਾ ਹੀ ਰੈੱਡ ਹੋਇਆ ਜੀ। ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਬਰੈਂਪਟਨ ਬਾਰੇ, ਉਹ ਮਿਸੀਸਾਗਾ ਤੇ ਵੀ ਲਾਗੂ ਹੁੰਦੀ ਆ। ਉਹ ਵੀ ਜ਼ਿਆਦਾ ਜਿਹੜੇ ਇਮੀਗ੍ਰੈਂਟਸ ਹੈਗੇ ਆ
ਉਹਨਾਂ ਦੀ ਇਹ ਫੀਲਿੰਗ ਹੈਗੀ ਆ, ਖਾਸ ਕਰਕੇ ਜਿਹੜੀਆਂ ਮਿਨੋਰਿਟੀ ਕਮਿਊਨਿਟੀਜ਼ ਹੈਗੀਆਂ ਆ, ਉਹ ਇਹ ਫੀਲ ਕਰਦੀਆਂ ਆ ਕਿ ਸਾਨੂੰ ਵਸਾਉਣ ਵਾਲਾ ਇਹ ਟਰੂਡੋ ਪਰਿਵਾਰ ਆ, ਔਰ ਸਾਨੂੰ ਇੱਥੇ ਅਸੀਂ ਇਹਨਾਂ ਦੇ ਅਹਿਸਾਨ ਮੰਨਦੇ ਆ ਇੱਕ ਤਰੀਕੇ ਨਾਲ। ਉਹ ਗਾਂ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਕਹਿ ਦਿੰਦੇ ਆ, ਜਿੱਦਾਂ ਮੰਨ ਲਓ ਜਿਹੜੇ ਵੱਡੇ ਟਰੂਡੋ ਦੇ ਟਾਈਮ ਦੇ ਆਏ ਸੀਗੇ, ਉਹ ਆਪਣੇ ਬੱਚਿਆਂ ਨੂੰ ਗਾਂ ਪੁੱਤ ਪੋਤਰਿਆਂ ਨੂੰ ਵੀ ਇਹ ਕਹਿੰਦੇ ਆ ਵੀ ਅਸੀਂ ਜੇ ਕੈਨੇਡਾ ਵਿੱਚ ਹੈਗੇ ਆ ਤਾਂ ਅਸੀਂ ਟਰੂਡੋ ਕਰਕੇ ਆ ਔਰ ਲਿਬਰਲਸ ਕਰਕੇ ਆ। ਮੈਂ ਸਮਝਦਾ ਕਿ ਇਹ ਉਹਦਾ ਵੱਡਾ ਕਾਰਨ ਹੈਗਾ ਜੀ। ਕਿ ਜਿਹੜੇ ਇਮੀਗ੍ਰੈਂਟ ਖਾਸ ਜੀ, ਕਰਕੇ ਜੀ। ਜਿਹੜੇ हाँ जी डॉक्टर साहब कुछ कहना चाह रहे हैं? डॉक्टर साहब कुछ कहना चाह रहे हैं? कमल साहब हाँ जी। ਮੈਂ ਕਹਿੰਦਾ ਕਿ ਡਿਬੇਟ ਨੂੰ ਆਪਾਂ ਖੋਲ ਦਈਏ ਔਰ ਅਸੀਂ ਡਿਬੇਟ ਦੇ ਵਿੱਚ ਹਰ ਕੋਈ ਜਿਹੜਾ ਉਹ ਮਤਲਬ ਕਹਿ ਕੇ ਤੁਹਾਨੂੰ ਬੋਲ ਸਕਦਾ ਹੈ। ठीक है जी, ठीक है डॉक्टर साहब, ठीक है। ऊपर है डॉक्टर साहब, हम आप ओपन गलबात कर रहे हैं, कोई भी व्यक्ति किसी को भी क्वेश्चन करे। हाँ जी ਦੋ ਕੁਐਸਚਨ ਰੇਜ਼ ਕੀਤੇ ਨੇ ਢੀਂਡਸਾ ਸਾਹਿਬ ਨੇ। हाँ जी ਮੈਂ ਸਮਝਦਾ ਬਹੁਤ ਇੰਪੋਰਟੈਂਟ ਹੈ। ਅਗਰ ਤੁਹਾਡੇ ਇੱਥੇ ਇੰਡਸਟਰੀ ਨਹੀਂ ਰਹੇਗੀ, ਤੁਸੀਂ ਕਾਰਪੋਰੇਸ਼ਨਾਂ ਨੂੰ ਕੈਨੇਡਾ ਦੇ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦੋਗੇ ਟੈਕਸ ਲਗਾ ਕੇ, ਤੇ ਇੱਥੇ ਜੌਬ ਨਹੀਂ ਮਿਲਣੀਆਂ ਕਿਸੇ ਨੂੰ ਵੀ ਆਉਣ ਵਾਲੇ 10 ਸਾਲ ਦੇ ਵਿੱਚ। ਅਗਰ ਅੱਜ ਜਗਮੀਤ ਸਿੰਘ ਦਾ ਏਜੰਡਾ ਜਿਹੜਾ ਹੈ ਇਕਨੋਮਿਕ ਏਜੰਡਾ ਉਹ ਲਾਗੂ ਹੋ ਗਿਆ, ਤੇ ਕਮ ਸੇ ਕਮ ਮੇਰੇ ਹਿਸਾਬ ਦੇ ਨਾਲ ਜੋ ਮੈਂ ਫਿਗਰਾਂ ਪੜ੍ਹਦਾ ਪਿਆ 30 to 40% ਕੰਪਨੀਆਂ ਐਕਸਪੈਂਸ਼ਨ ਨਹੀਂ ਕਰਨਗੀਆਂ, ਔਰ ਅੱਗੋਂ ਕੋਈ ਨਵੀਆਂ ਕੰਪਨੀਆਂ ਜਿਹੜੀਆਂ ਨੇ ਉਹ ਕੈਨੇਡਾ ਵਿੱਚ ਨਹੀਂ ਆਉਣਗੀਆਂ। ਢੀਂਡਸਾ ਸਾਹਿਬ ਦਾ ਇਹਦੇ ਉੱਪਰ ਬੜੀ ਮਾਹਿਰਤਾ ਮੈਂ ਕਹਾਂਗਾ ਇਹਦਾ ਜਵਾਬ ਦੇ। ਨੰਬਰ 1 ਨੰਬਰ 2 ਕਾਲੋ ਸਾਹਿਬ, ਮੈਂ ਤੁਹਾਨੂੰ ਇੱਕ ਬੜੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਔਰ ਸਾਡੇ ਦਰਸ਼ਕਾਂ ਨੂੰ। ਜਦੋਂ ਇੱਥੇ ਮੈਂ 68 ਦੇ ਵਿੱਚ ਆਇਆ ਸੀਗਾ, ਇੱਥੇ ਕਾਨੂੰਨ ਸੀਗਾ ਕਿ ਸਿਰਫ ਇਹਦੇ ਵਿਜ਼ਟਰ ਤੁਸੀਂ ਆ ਸਕਦੇ ਹੋ ਔਰ ਵਿਦਨ ਕੈਨੇਡਾ ਤੁਸੀਂ ਇਮੀਗ੍ਰੇਸ਼ਨ ਅਪਲਾਈ ਕਰ ਸਕਦੇ ਹੋ। ਇਹ ਲਿਬਰਲ ਪਾਰਟੀ ਹੈ। ਪੀਰੀਅਡ ਟਰੂਡੋ ਨੇ 1982 ਚ ਕਾਨੂੰਨ ਬਣਾਇਆ ਕਿ ਹੁਣ ਤੁਸੀਂ ਕੈਨੇਡਾ 'ਚ ਵੀਜ਼ਾ ਲੈ ਕੇ ਆਉਣਾ। ਇਹ ਲੋਕ ਭੁੱਲ ਜਾਂਦੇ ਨੇ, ਉਹ ਪਹਿਲੀ ਗੱਲ ਯਾਦ ਰੱਖਦੇ ਨੇ। ਉਹ ਕਾਨੂੰਨ ਕਿਹਨਾਂ ਨੇ ਬਣਾਇਆ ਹੋਇਆ ਸੀ? ਉਹ ਬਣਾਇਆ ਹੋਇਆ ਸੀ ਕੰਜ਼ਰਵੇਟਿਵ। ਪੀਰੀਅਡ ਟਰੂਡੋ ਨੇ ਉਸ ਕਾਨੂੰਨ ਨੂੰ ਤੋੜ ਦਿੱਤਾ। ਪੀਰੀਅਡ ਟਰੂਡੋ ਨੇ ਇਹ ਗੱਲ ਕਹੀ ਕਿ ਯੈਸ ਇੱਥੇ ਆ ਸਕਦੇ ਹੋ ਤੁਸੀਂ ਜੇ ਰਿਫਿਊਜੀ ਹੋ ਜਾਂ ਤੁਸੀਂ ਇੱਥੇ ਵੀਜ਼ਾ ਲੈ ਕੇ ਆਉਣਾ। ਉਹ ਵੀਜ਼ਾ ਦਾ ਸਿਲਸਿਲਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਲਿਬਰਲ ਪਾਰਟੀ, ਜਿਹੜੇ ਕਿ ਸਾਡੇ ਲੋਕ ਨਹੀਂ ਸਮਝਦੇ। ਤੀਜਾ ਪੁਆਇੰਟ ਜਿਹੜੀ ਕਿ ਕਰਪਸ਼ਨ ਦਾ ਪੁਆਇੰਟ ਸੀਗਾ, ਵੂ ਚੈਰਿਟੀ ਦਾ, ਜੀ ਆਪਣੇ ਹੋਰ ਜਿਹੜੀਆਂ ਕੰਪਨੀਆਂ ਸੀਗੀਆਂ ਮੌਂਟਰੀਅਲ ਦੀਆਂ, ਉਹਨਾਂ ਦਾ ਉਹ ਕਿਸੇ ਨੇ, ਮੈਂ ਹੈਰਾਨ ਹਾਂ, ਕਿਸੇ ਵੀ ਓਪੋਜੀਸ਼ਨ ਲੀਡਰ ਨੇ ਉਹਨਾਂ 'ਤੇ ਗੱਲ ਹੀ ਨਹੀਂ ਕੀਤੀ। ਬੜੇ ਸ਼ੇਮ ਇਟ ਇਜ਼ ਕਿ ਤੁਸੀਂ ਐਡੀ ਵੱਡੀ ਕਰਪਸ਼ਨ ਹੋਈ, ਇੰਨੇ ਮਿਨਿਸਟਰ ਬਾਹਰ ਕੱਢ ਦਿੱਤੇ ਗਏ, ਉਹਦੇ ਬਾਰੇ ਸਿਰਫ ਇੱਕ ਦੋ ਦਾ ਨਾਮ ਲਿਆ ਗਿਆ ਰੇਬੋਲ ਦਾ, ਹੋਰ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ। ਬਟ ਐਨੀਵੇ ਇਕਨੋਮੀ ਇਜ਼ ਵੈਰੀ ਇੰਪੋਰਟੈਂਟ ਇਨ ਦਾ ਫਿਊਚਰ ਐਂਡ ਵਾਟ ਇਜ਼ ਬੀਇੰਗ ਸਜੈਸਟਡ, ਅਗਰ ਪ੍ਰੈਸ਼ਰ ਪਾ ਕੇ ਟਰੂਡੋ ਨੇ ਜੀ NDP ਦੀ ਗੱਲ ਮੰਨ ਲਈ, ਟੈਕਸ ਲਗਾਉਣੇ ਸ਼ੁਰੂ ਕਰ ਦਿੱਤੇ ਕਾਰਪੋਰੇਸ਼ਨਾਂ ਦੇ, ਤੇ ਫਿਰ ਸਮਝ ਲਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਨੌਕਰੀਆਂ ਜਿਹੜੀਆਂ ਨੇ ਉਹ ਬਹੁਤ ਘੱਟ ਜਾਣਗੀਆਂ। ਜੀ ਢੀਂਡਸਾ ਸਾਹਿਬ, ਤੁਹਾਡੇ ਲਈ ਕੁਐਸਚਨ ਛੱਡੇ ਨੇ ਡਾਕਟਰ ਸ਼ਾਰਦਾ ਹੋਰਾਂ ਨੇ, ਤੁਸੀਂ ਕਰੋ ਪਾਰਟਿਸਿਪੇਟ। ਸ਼ਾਰਦਾ ਸਾਹਿਬ ਨਾਲ 100% ਮੈਂ ਐਗਰੀ ਹਾਂ, ਕਿਉਂਕਿ ਜਿਹੜੀ ਟਰੂਡੋ ਸਾਹਿਬ ਨੇ ਇਲੈਕਸ਼ਨ ਜਿੱਤਣ ਲਈ ਸਲੋਗਨ ਦਿੱਤਾ ਸੀ, ਅੱਜ ਜਿਹੜੀਆਂ ਤਿੰਨੇ ਪਾਰਟੀਆਂ ਆਪਣੀ ਆਈਡੀਓਲੋਜੀਕਲ ਜਿਹੜੀ ਇਹਨਾਂ ਦੀ ਫਿਲਾਸਫੀ ਆ ਉਹ ਤੋਂ ਸ਼ਿਫਟ ਹੋ ਕੇ ਇਹਨਾਂ ਦੇ ਇਹ ਉਹ ਬਣ ਗਿਆ ਜੋ ਆਪਣੇ ਇੰਡੀਆ ਦੇ ਵਿੱਚ ਵੀ ਹੁੰਦਾ ਵੀ ਇਲੈਕਸ਼ਨ ਜਿੱਤਣੀ ਆ ਬਾਈ ਹੁੱਕ ਔਰ ਬਾਈ ਕਰੁੱਕ। ਸਲੋਗਨ ਉਹ ਦਿਓ ਜਿਹੜੇ ਪਪੂਲਰ ਆ, ਜਿਹੜੇ ਲੋਕਾਂ ਨੂੰ ਬਿਲੋਂਗ ਕਰਦੇ ਆ। ਐਂਡ ਅੱਜ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਮਿਸਟਰ ਓਟੂਲ, ਉਹ ਵੀ ਇੱਥੇ ਆ ਗਿਆ, ਉਹਨੇ ਵੀ ਪਾਪੂਲਰ ਸਲੋਗਨ ਦੇਣੇ ਸ਼ੁਰੂ ਕਰਤੇ। ਜਿਹੜਾ ਟਰੂਡੋ ਆ ਉਹਨੇ ਪਾਪੂਲਰ ਸਲੋਗਨ ਦੇ ਕੇ NDP ਵਾਲੇ ਸਲੋਗਨ ਦੇਣੇ ਸ਼ੁਰੂ ਕਰਤੇ। ਔਰ NDP ਜਗਮੀਤ ਸਿੰਘ ਹੀ ਵੈਂਟ ਮੋਰ ਲੈਫਟ, ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕਿਹੜੇ ਸਲੋਗਨ ਦੇਵਾਂ। ਐਂਡ ਐਨੀਵੇ ਜਿਹੜੀ ਅੱਜ ਦੀ ਸਿਚੁਏਸ਼ਨ ਆ ਕੈਨੇਡਾ ਦੇ, ਸੋ ਕੰਪੀਟੀਸ਼ਨ ਇਜ਼ ਐਵਰੀਵੇਅਰ। ਕੰਪੀਟੀਸ਼ਨ ਸਾਊਥ ਆਫ ਦੀ ਬਾਰਡਰ। ਜੇ ਇਹਨਾਂ ਨੇ ਕਾਰਪੋਰੇਸ਼ਨ ਟੈਕਸ ਜਿੱਦਾਂ ਟਰੂਡੋ ਨੇ ਪ੍ਰਪੋਜ਼ ਕੀਤਾ ਕਿ ਬੈਂਕਸ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਇਫ ਦੇ ਵਿਲ ਮੇਕ ਓਵਰ $1 billion, ਦੇ ਗੋਨਾ ਪੇ 3% ਮੋਰ ਟੈਕਸਿਸ। ਬੈਂਕਾਂ ਨੇ ਅੱਜ ਕਹਿਤਾ ਕਿ ਵੀ ਆਰ ਆਲਰੇਡੀ ਪੇਇੰਗ $720 billion in taxes. Anyhow, that will affect the jobs and cutbacks and all kind of things. And who gonna pay the price? I think who will give the slogan. ਹੁਣ ਰਹੀ ਗੱਲ ਜਿਹੜੀ ਇਸ ਵੇਲੇ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਬਣ ਰਹੀ ਆ ਕੋਲੀਸ਼ਨ
based on the NDP. NDP gonna be kingmaker. Jagmeet Singh gonna dictate. ਜੇ ਇਹਦੇ 'ਚ ਯੂਨੀਅਨ ਦਾ ਕੀ ਰੋਲ ਹੋਊ, ਇਹ 'ਚ ਐਮਪਲਾਇਰ ਦਾ ਕੀ ਰੋਲ ਹੋਊ, ਅਨਪਲੋਇਮੈਂਟ ਕਿੰਨੀ ਹੋਊ, ਐਂਡ ਆਲ ਕਾਈਂਡ, ਇਹ ਬੜੇ ਕੰਪਲੈਕਸ ਇਸ਼ੂਜ਼ ਆ। ਇਹਨਾਂ ਨੂੰ ਆਨਸਰ ਕਰਨਾ ਬੜਾ ਸੌਖਾ ਨਹੀਂ। ਜਦ ਤੁਸੀਂ ਪੋਲੀਟਿਕਸ ਵਿੱਚ ਇਲੈਕਸ਼ਨ ਜਿੱਤਣ ਲਈ ਸਲੋਗਨ ਦੇਣੇ ਬਹੁਤ ਸੌਖੇ ਆ। ਉਹ ਤੋਂ ਬਾਅਦ then the real game gonna start when they gonna have the government. ਅੱਛਾ ਡਾਕਟਰ ਸਾਹਿਬ, ਮੈਂ ਇੱਕ ਤੁਹਾਡੀ ਡਿਬੇਟ ਦੇ ਵਿੱਚ ਹੋਰ ਗੱਲਾਂ, ਚਲੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇਹਦੀ ਇਕਨੋਮੀ ਨਾਲ ਜੋੜ ਕੇ। ਇੱਕ ਦੋ ਚੀਜ਼ਾਂ ਜਿਹੜੀਆਂ ਇਸ ਇਲੈਕਸ਼ਨ 'ਚ ਰੀਸੈਂਟਲੀ ਆਈਆਂ ਉਹ ਮੈਂ ਗੱਲ ਕਰਨੀ ਚਾਹੁੰਦਾ, ਤੇ ਇੱਕ ਮੈਂ ਹੋਰ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜਿੱਦਾਂ ਕਾਲੋ ਸਾਹਿਬ ਕਹਿ ਰਹੇ ਸੀ ਕਿ ਲੋਕ ਭੁੱਲਦੇ ਨਹੀਂ, ਜਸਟਿਨ ਟਰੂਡੋ ਹੋਰਾਂ ਦੇ ਫਾਦਰ ਨੂੰ ਲੋਕ ਯਾਦ ਇਸ ਕਰਕੇ ਕਰਦੇ ਆ ਕਿ ਉਹਨਾਂ ਨੇ ਸ਼ਾਇਦ ਓਪਨ ਕੀਤੀ ਸੀ, ਜਿਵੇਂ ਕੁਝ ਲੋਕਾਂ ਦੇ ਮਨ 'ਚ ਹੈਗਾ। ਭਾਵੇਂ ਡਾਕਟਰ ਸਾਹਿਬ ਕਹਿ ਰਹੇ ਕਿ ਕੰਜ਼ਰਵੇਟਿਵ ਨੇ ਜ਼ਿਆਦਾ ਵਧੀਆ ਨਿਯਮ ਬਣਾਏ, ਪਰ ਜੇ ਵੀ ਥੋੜ੍ਹਾ ਜਿਹਾ ਹੋਰ ਪਿੱਛੇ ਚੱਲ ਜਾਈਏ, ਜਦੋਂ 20ਵੀਂ ਸਦੀ ਦੀ ਸ਼ੁਰੂਆਤ 'ਚ ਇਮੀਗ੍ਰੈਂਟ ਆਉਣੇ ਸ਼ੁਰੂ ਹੋਏ, ਜਦੋਂ ਬ੍ਰਿਟਿਸ਼ ਦੇ ਅੰਡਰ ਸੀਗਾ ਆਪਣਾ ਕੈਨੇਡਾ, ਤੇ ਉਹ ਤੋਂ ਥੋੜਾ ਸਮਾਂ ਬਾਅਦ ਵੀ ਉਦੋਂ ਜ਼ਿਆਦਾ ਰੋਲ ਜਿਹੜਾ ਵਾ ਉਹ ਕੰਜ਼ਰਵੇਟਿਵ ਲੋਕਾਂ ਦਾ ਸੀਗਾ, ਜਿਨ੍ਹਾਂ ਨੇ ਹੈਡ ਟੈਕਸ ਲਾਏ ਸੀਗੇ ਚਾਈਨੀ ਦੇ ਉੱਤੇ, ਜਿਨ੍ਹਾਂ ਨੇ ਕਾਮਾਗਾਟਾ ਮਾਰੂ ਦੇ ਉੱਤੇ ਰੋਕਾਂ ਲਾਈਆਂ, ਜਿਨ੍ਹਾਂ ਨੇ ਬਹੁਤ ਸਾਰਾ ਇਸ ਤਰ੍ਹਾਂ ਦਾ ਕੰਮ ਡਿਸਕ੍ਰਿਮੀਨੇਸ਼ਨ ਨੂੰ ਕਿਸੇ ਨਾ ਕਿਸੇ ਤਰੀਕੇ ਜੋੜ ਕੇ ਰੱਖਿਆ ਉਸ ਚੀਜ਼ ਦੇ ਨਾਲ। ਲੋਕੀ ਇਸ ਕਰਕੇ ਵੀ ਥੋੜਾ ਜਿਹਾ ਪੀਸੀ ਪਾਰਟੀ ਨੂੰ ਡਿਸਲਾਈਕ ਕਰਦੇ ਨੇ ਜਿਹੜੇ ਇਮੀਗ੍ਰੈਂਟਸ ਨੇ, ਕਿ ਅਲਟੀਮੇਟਲੀ ਇਹ ਵਾਈਟ ਪੀਪਲ ਦੇ ਹੱਕ 'ਚ ਭੁਗਤਦੀ ਆ। ਲੋਕਲ ਕਹਿ ਉਹਨਾਂ ਦੇ, ਭਾਵੇਂ ਉਹ ਵੀ ਬਾਹਰੋਂ ਆਏ ਹੋਏ ਲੋਕ ਨੇ, ਉਹ ਵਾਈਟ ਸੁਪਰਮੇਸੀ ਨੂੰ ਥੋੜੀ ਜਿਹੀ ਹਵਾ ਦਿੰਦੀ ਆ। ਤੇ ਦੂਸਰਾ ਉਹਨਾਂ ਦੀ ਗਲਤੀ ਜਿਹੜੀ ਯਾਰ ਕਿ ਵੈਕਸੀਨ ਨੂੰ ਲੈ ਕੇ ਸੀਗੀ, ਉਹ ਵੀ ਉਹਨਾਂ ਨੂੰ ਕਾਫੀ ਸੈਟਬੈਕ ਜਿਹੜੀ ਆ ਉਹ ਲੱਗੀ ਆ। ਪਰ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਇਹ ਕਹਿਣਾ ਹੈ ਕਿ ਜਿਹੜੀਆਂ ਪੂਰੀਆਂ ਪੀਸੀ ਦੀਆਂ ਕੁਝ ਸਟੇਟਾਂ ਨੇ, ਉਹਦੇ ਵਿੱਚ ਕਾਫੀ ਐਰਕੀ ਜਿੱਦਾਂ ਐਂਟਰੀ ਹੋਈ ਆ, ਅਲਬਰਟਾ ਦੇ ਵਿੱਚ ਇੱਕ ਸੀਟ ਲਈ ਆ, ਜਾਰਜ ਚਾਹਲ ਹੈ ਸ਼ਾਇਦ ਉਹਨਾਂ ਦਾ ਨਾਂ, ਉਹਨਾਂ ਨੇ ਉਹ ਲਿਬਰਲ ਕੈਂਡੀਡੇਟ ਵਜੋਂ। ਤੇ ਇੱਕ ਬੜੀ ਗੱਲ ਕੀਤੀ ਜਾ ਰਹੀ ਸੀ ਨੋਵਾ ਸਕੋਸ਼ੀਆ ਦੀ ਪਿਛਲੇ ਦਿਨਾਂ 'ਚ। ਨੋਵਾ ਸਕੋਸ਼ੀਆ 'ਚ ਕੁਝ ਹੋਇਆ ਸੀ ਜਿੱਥੇ ਕਿਹਾ ਸੀ ਕਿ ਲਿਬਰਲ ਨੂੰ ਉੱਥੇ ਬੜਾ ਵੱਡਾ ਝਟਕਾ ਲੱਗਣਾ ਹੈ, ਪਰ ਉੱਥੇ ਉਹ 8 ਸੀਟਾਂ ਲੈ ਗਏ ਨੇ, ਜਦੋਂ ਕਿ ਜਿਹੜੀ ਪੀਸੀ ਪਾਰਟੀ ਉਹਨੂੰ ਸਿਰਫ 3 ਸੀਟਾਂ ਮਿਲੀਆਂ ਨੇ। ਤੇ ਇਦਾਂ ਕੁਝ ਇੱਕ ਐਸੀਆਂ ਜਗ੍ਹਾ ਵੀ ਨੇ 5 ਸੀਟਾਂ ਉਹਦੀਆਂ ਦੱਸਦੇ ਨੇ ਜਿਹੜੀਆਂ ਲਿਬਰਲ ਜਿਹੜੀ ਆ ਉਹ ਨਹੀਂ ਸੀ ਲੋਕ ਐਕਸਪੈਕਟ ਕਰਦੇ, ਉਹ ਉਹਨਾਂ ਨੂੰ ਮਿਲੀਆਂ ਨੇ। ਇਹਦੇ ਬਾਰੇ ਜਿਹੜਾ ਸਾਨੂੰ ਦੱਸੋ ਜੇ ਤੁਹਾਡੇ ਕੋਲ ਡਿਟੇਲ ਹੋਵੇ ਡਾਕਟਰ ਸਾਹਿਬ। ਦੇਖੋ ਨਿਊ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਨਾ ਐਟਲਾਂਟਿਕ ਫੋਰਸ, ਹਾਂਜੀ 32 ਸੀਟਾਂ ਨੇ। ਹਾਂਜੀ 32 ਸੀਟਾਂ ਨੇ। 1914 ਦੇ ਵਿੱਚ 15 ਦੇ ਵਿੱਚ ਟਰੂਡੋ ਸਾਹਿਬ ਨੇ 32 ਦੀਆਂ 32 ਸੀਟਾਂ ਦਿੱਤੀਆਂ ਸੀ। ਪਿਛਲੀ ਵਾਰੀ ਉਹ 4 ਸੀਟਾਂ ਹਾਰੇ ਸੀ, ਔਰ ਐਰਕੀ ਉਹ ਜਿਹੜੀਆਂ ਸੀਟਾਂ ਹਾਰੇ ਨੇ ਉਹ ਹੈਗੀਆਂ ਨੇ 4 ਤੇ 4 8। ਸੋ ਉਹ ਉੱਥੋਂ ਵੀ ਉਹਨਾਂ ਨੇ ਲੂਜ਼ ਕੀਤਾ, ਡਬਲ ਹੋ ਗਿਆ ਮਤਲਬ ਪਿਛਲੀ ਵਾਰ ਉਹਨਾਂ ਨੇ ਲੂਜ਼ ਕੀਤਾ। ਹਾਂਜੀ, ਇਹ ਨਹੀਂ ਹੈਗਾ ਕਿ ਉੱਥੇ ਉਹ ਜਿੱਤੇ ਨੇ। ਸਿਰਫ ਇੱਕ PEI ਹੈ, ਪ੍ਰਿੰਸ ਐਡਵਰਡ ਆਈਲੈਂਡ, ਜਿੱਥੇ 4 ਸੀਟਾਂ ਨੇ, 4 ਦੀਆਂ 4 ਲਿਬਰਲ ਦਿੱਤੀ ਹੈ। ਬਾਕੀ ਜਿੱਥੇ ਪਿਛਲੀ ਵਾਰੀ ਸੀ ਉਸ ਤੋਂ ਜ਼ਿਆਦਾ ਕੰਜ਼ਰਵੇਟਿਵ ਹੈ। ਮੈਂ ਕੰਜ਼ਰਵੇਟਿਵ ਦੇ ਹੱਕ 'ਚ ਨਹੀਂ ਹੈਗਾ ਵੈਸੇ, ਬਾਈ ਦੀ ਵੇ ਮੈਂ ਇਹ ਦੱਸ ਰਿਹਾ, ਮੈਂ ਹਿਸਟਰੀ ਦੱਸ ਰਿਹਾ। ਤੁਸੀਂ ਹਿਸਟਰੀ ਦੀ ਗੱਲ ਕੀਤੀ, ਉਦੋਂ ਬੜੇ ਵੱਡੇ ਚਾਹੇ ਉਹ ਲਿਬਰਲ ਪਾਰਟੀ ਦੀਆਂ ਗੌਰਮੈਂਟ ਆਈਆਂ ਨੇ 1867 ਤੋਂ, ਚਾਹੇ ਕੰਜ਼ਰਵੇਟਿਵ ਪਾਰਟੀ ਦੀ, ਜਿਹੜੀ ਵਾਈਟ ਸੁਪਰਮੇਸੀ ਸੀ, ਜਿਹੜਾ ਚਾਈਨੀਜ਼ ਨੂੰ ਸਪਰੈਸ ਕਰਕੇ ਰੱਖਣਾ, ਜਿਹੜਾ ਇੰਡੀਜੀਨੀਅਸ ਲੋਕਾਂ ਨੂੰ ਸਪਰੈਸ ਕਰਕੇ ਰੱਖਣਾ, ਹਾਂਜੀ, ਉਹ ਬਹੁਤ ਵੱਡਾ ਰੋਲ ਪਲੇ ਕੀਤਾ ਗਿਆ। ਚਾਈਨੀਜ਼ ਨੂੰ ਸਪਰੈਸ ਸਾਰੀ ਦੁਨੀਆ 'ਚ ਕੀਤਾ ਗਿਆ। ਚਾਈਨੀਜ਼ ਜਿੱਥੇ ਵੀ ਰੇਲਵੇ ਬਣੀਆਂ, ਅਮਰੀਕਾ ਦੇ ਵਿੱਚ ਮਿਲੀਅਨ ਤੋਂ ਜ਼ਿਆਦਾ ਚਾਈਨੀਜ਼ ਮਰ ਗਏ, ਕਿਉਂਕਿ ਰੇਲਵੇ ਲਾਈਨ ਬਣਾਉਣਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੁੰਦਾ। ਸੋ ਰੇਲਵੇ ਲਾਈਨਾਂ ਇੱਥੇ ਬਣਾਉਣ ਲਈ ਜਦੋਂ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਦੇ ਵਿੱਚੋਂ, ਸਸਕਾਚੁਆਨ ਦੇ ਵਿੱਚੋਂ, ਮੈਨੀਟੋਬਾ ਤੋਂ ਲੈ ਕੇ, ਉਹਨਾਂ ਲੋਕਾਂ ਨੂੰ ਬਰਫ਼ ਦਾ ਕੁਝ ਪਤਾ ਨਹੀਂ ਸੀ ਹੁੰਦਾ, ਲੋਕ ਮਾਰੇ ਗਏ। ਉਹਨਾਂ ਦਾ ਪਤਾ ਹੀ ਨਹੀਂ ਅੱਜ ਤੱਕ ਕਿ ਕਿੰਨੇ ਮਰੇ ਕਿੰਨੇ ਨਹੀਂ, ਕੋਈ ਹਿਸਟਰੀ ਹੈ ਨਹੀਂ, ਕੋਈ ਉਹਦਾ ਰਿਕਾਰਡ ਹੀ ਹੈ ਨਹੀਂ। ਸੋ ਉਹ ਜਿਹੜੀ ਵਾਈਟ ਸੁਪਰਮੇਸੀ ਹੈ ਉਹ ਇਕੱਲੀ ਇੱਥੇ ਨਹੀਂ ਹੋਈ ਕੈਨੇਡਾ 'ਚ, ਉਹ ਅਮਰੀਕਾ ਦੇ ਵਿੱਚ ਵੀ ਹੋਈ, ਉਹ ਦੁਨੀਆ ਦੇ ਹਰ ਕੋਨੇ 'ਚ ਹੋਈ ਜਿੱਥੇ ਵੀ ਇਹਨਾਂ ਨੇ ਜਾ ਕੇ ਰੂਲ ਕੀਤਾ, ਚਾਹੇ ਉਹ ਸਾਊਥ ਅਮਰੀਕਾ ਹੈ, ਹਾਂਜੀ, ਚਾਹੇ ਉਹ ਸਾਊਥ ਅਫਰੀਕਾ ਹੈ, ਚਾਹੇ ਉਹ ਅਫਰੀਕਨ ਕੰਟਰੀਜ਼ ਨੇ, ਚਾਹੇ ਉਹ ਏਸ਼ੀਅਨ ਕੰਟਰੀਜ਼ ਨੇ। ਅਗਰ ਜਲਿਆਂਵਾਲੇ ਬਾਗ ਦੇ ਵਿੱਚ ਉਹ 2 ਮਿੰਟ ਦੇ ਵਿੱਚ 1000 ਬੰਦੇ ਨੂੰ ਮਾਰ ਸਕਦੇ ਨੇ, ਤੇ ਉਹ ਦੁਨੀਆ 'ਚ ਕੁਝ ਵੀ ਉਸ ਵਕਤ ਕਰ ਸਕਦੇ ਨੇ। ਹਿਸਟਰੀ ਜਿਹੜੀ ਬੈਡ, ਪਾਸਟ ਹਿਸਟਰੀ ਬੈਡ ਹੈ, ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਲੇਕਿਨ ਉਸ ਹਿਸਟਰੀ ਤੋਂ ਸਿੱਖ ਕੇ ਇਹ ਵਾਈਟ ਰੇਸ ਜਿਹੜੀ ਹੈ ਉਹ ਹੁਣ ਅੱਗੇ ਉਹੋ ਜਿਹੇ ਕਾਨੂੰਨ ਨਹੀਂ ਬਣਾਉਂਦੀ, ਅੱਗੋਂ ਉਹੋ ਜਿਹੇ ਬੰਦੇ ਨਹੀਂ ਆਉਂਦੇ। ਵੀ ਲਰਨ ਫਰਮ ਦਾ ਪਾਸਟ ਬਟ ਵੀ ਗੋ ਹੈਡ। ਅਸੀਂ ਪਾਸਟ ਨੂੰ ਆਪਣੇ ਸਿਰ ਦੇ ਵਿੱਚ ਨਹੀਂ ਰੱਖ ਕੇ ਰਹਿਣਾ, ਅਸੀਂ ਅੱਗੇ ਵਧਣਾ।
ਅੱਗੇ ਵਧਣ ਲਈ ਸਾਨੂੰ ਅਗਾਊਂ ਸੋਚ ਜਿਹੜੀ ਹੈ ਉਹ ਲੈਣੀ ਪੈਣੀ ਹੈ। ਔਰ ਬੜਾ ਇੰਪੋਰਟੈਂਟ ਹੈਗਾ ਕਿ ਜਿਹੜੀ ਵੀ ਇਸ ਵੇਲੇ ਮਿਨਿਸਟਰੀ ਬਣੇ ਉਹ ਇਹ ਰਿਅਲਾਈਜ਼ ਕਰ ਲੈਣ ਕਿ ਕੈਨੇਡਾ ਦੀ ਇਕੋਨਮੀ ਟੈਕਸ ਲਗਾ ਕੇ ਨਹੀਂ ਬਣੀ। ਇਸ ਵਕਤ ਇੱਕ ਇੰਡੀਵਿਜੂਅਲ ਦੁਨੀਆ ਦੇ ਵਿੱਚ 3rd ਹਾਈਐਸਟ ਟੈਕਸਡ ਹਿਊਮਨ ਬੀਇੰਗ ਅਸੀਂ ਹਾਂ ਇੱਥੇ, 3rd ਹਾਈਐਸਟ ਟੈਕਸਡ। 42% ਡਾਇਰੈਕਟ ਔਰ ਇਨਡਾਇਰੈਕਟ ਟੈਕਸਿਸ ਅਸੀਂ ਦਿੰਦੇ ਹਾਂ, ਹਾਂਜੀ, ਜੋ ਵੀ ਅਸੀਂ ਕਮਾਉਂਦੇ ਹਾਂ। ਸੋ ਵਾਟ ਆਰ ਵੀ ਟਾਕਿੰਗ ਅਬਾਊਟ? ਅੱਜ ਹਰ ਜਗ੍ਹਾ ਦੇ ਉੱਪਰ ਇੰਨੀ ਜ਼ਿਆਦਾ ਇਨਫਲੇਸ਼ਨ ਹੋ ਗਈ ਹੈ। ਅੱਜ ਤੁਸੀਂ ਜਿਹੜੀ ਅੱਗੇ $80 ਦੀ ਗਰੋਸਰੀ ਕਰਦੇ ਸੀ, ਅੱਜ ਤੁਸੀਂ $250 ਦੀ ਗਰੋਸਰੀ ਨਹੀਂ ਕਰ ਸਕਦੇ। ਸੋ one has to think about that। ਮਕਾਨ ਬਣਾ ਦਿਓ, ਮਕਾਨ ਮੁਫਤ ਬਣਨੇ ਨੇ। ਮਕਾਨਾਂ ਦੀਆਂ ਇੱਟਾਂ ਮਹਿੰਗੀਆਂ ਹੋ ਗਈਆਂ, ਮਕਾਨਾਂ ਦੀ ਲੱਕੜੀਆਂ ਮਹਿੰਗੀਆਂ ਹੋ ਗਈਆਂ, ਮਕਾਨਾਂ ਦਾ ਹਰ ਰਾਹ ਮਟੀਰੀਅਲ ਮਹਿੰਗਾ ਹੋ ਗਿਆ। ਜਿਹੜਾ ਮਕਾਨ 4 ਲੱਖ ਦਾ ਬੰਦਾ ਸੀ ਉਹ 8 ਲੱਖ ਦਾ ਬੰਦਾ ਪਿਆ। ਜੇ ਤੁਹਾਡੀ ਕਾਸਟ ਹੀ ਵੱਧ ਗਈ ਹੈ 50%, ਹਾਊ ਯੂ ਵਿਲ ਅਫੋਰਡ ਦਾ ਗਿਵ ਦੈਟ ਹਾਊਸ? ਕਿਆ ਫ੍ਰੀ ਘਰ ਵੰਡਣੇ ਨੇ? ਘਰ ਪੈਸੇ ਦੇ ਕੇ ਵੰਡਣੇ ਹੈ ਨਾ। ਸੋ ਆਈ ਥਿੰਕ ਗਵਰਨਮੈਂਟ ਹੈਜ਼ ਟੂ ਬੀ ਵੈਰੀ ਵੈਰੀ ਕਲੀਅਰ। ਮੈਂ ਸਮਝਦਾ ਇਕੋਨਮੀ, ਤੁਸੀਂ ਕਹਿੰਦੇ ਹਮੇਸ਼ਾ ਮੈਂ ਇਕੋਨਮੀ ਦੀ ਗੱਲ ਕਰਨਾ, ਤੁਸੀਂ ਕਹਿੰਦੇ ਹੋ ਲੈ ਇਹ ਕਿਹੜੀ ਐਡੀ ਇੰਪੋਰਟੈਂਟ ਚੀਜ਼ ਹੈ। ਇਕੋਨਮੀ ਇਜ਼ ਦੀ ਇੰਪੋਰਟੈਂਟ ਥਿੰਗ ਇਨ ਦਾ ਫਿਊਚਰ। ਡਾਕਟਰ ਸਾਹਿਬ ਥੋੜਾ ਜਿਹਾ ਇਹ ਵੀ ਦੱਸਿਓ, ਅਲਬਰਟਾ, ਮੈਂ ਅਲਬਰਟਾ ਦੀ ਗੱਲ ਵੀ ਤੁਹਾਡੇ ਨਾਲ ਕਰ ਲਾਂ। ਅਲਬਰਟਾ ਜੇਸਨ ਕੈਨੀ ਹੋਰਾਂ ਦਾ ਕਾਫੀ ਹੋਲਡ ਹੈ ਉੱਥੇ। ਇੱਕ ਸੀਟ ਕੱਢ ਲੈਣੀ ਲਿਬਰਲ ਵੱਲੋਂ ਜਿਹੜੀ ਅਨਐਕਸਪੈਕਟਡ ਜੀ ਲੱਗਦੀ ਸੀ ਥੋੜੀ ਜੀ, ਤੇ ਦੂਜੇ ਪਾਸੇ ਜੇਸਨ ਕੈਨੀ ਬੜੇ ਸੁਲਝੇ ਹੋਏ ਸਾਡੇ ਰਹੇ ਨੇ, ਉਹ ਆਪਣੇ ਫੋਰਨ ਮਿਨਿਸਟਰ ਵੀ ਰਹੇ ਨੇ, ਇਮੀਗ੍ਰੇਸ਼ਨ ਮਿਨਿਸਟਰ ਰਹੇ ਨੇ, ਤੇ ਉਹਨਾਂ ਦਾ ਐਕਸਪੀਰੀਅੰਸ ਵੀ ਬੜਾ ਆ, ਪੁਰਾਣੇ ਲੀਡਰ ਨੇ, ਤੇ ਉਹਨਾਂ ਨੇ ਸਟੇਟ ਨੂੰ ਕਿਸ ਤਰ੍ਹਾਂ ਲਿਆ ਕਿ ਹੁਣ ਉੱਥੇ ਐਮਰਜੈਂਸੀ ਹਾਲਾਤ ਬਣੇ ਆ, ਫੌਜ ਨੂੰ ਸੱਦਣਾ ਪੈ ਰਿਹਾ। ਕੀ ਕਾਰਨ ਹੈ ਕਿ ਉਹਨਾਂ ਦੀ ਉਹ ਐਂਟੀ ਵੈਕਸੀਨ ਜਿਹੜੀ ਪਾਲਿਸੀ ਚੱਲ ਰਹੀ ਹੈ ਉਹਨੂੰ ਕਿਤੇ ਸਪੋਰਟ ਕਰਦੇ ਸੀ? ਬਿਲਕੁਲ 100% ਹੀ ਫੇਲਡ ਮਿਜ਼ਰੇਬਲੀ ਜੀ। ਔਰ ਅਗਲੀ ਵਾਰੀ ਇੰਨੀ ਬੁਰੀ ਤਰ੍ਹਾਂ ਹਾਰਨਾ ਹੋ ਸਕਦਾ ਉੱਥੇ ਮੁੜ ਕੇ NDP ਦੀ ਗਵਰਨਮੈਂਟ ਨੌਟਲੀ ਦੀ ਜਿਹੜੀ ਹੈ ਦੁਬਾਰਾ ਗਵਰਨਮੈਂਟ ਆ ਜਾਏ। ਪੀਪਲ ਆਰ ਵੈਰੀ ਫੈਡ ਅਪ ਫਰਮ ਹਿਮ। ਅੱਛਾ, ਜਿੱਥੋਂ ਤੁਸੀਂ ਗੱਲ ਕਰਦੇ ਹੋ ਇਹ 2 ਸੀਟਾਂ ਜਿੱਤੀ ਹੈ ਉੱਥੋਂ ਲਿਬਰਲ ਪਾਰਟੀ, ਇੱਕ ਨਹੀਂ 2 ਸੀਟਾਂ ਦੇ ਅੱਗੇ ਵੀ ਉਹ ਜਿੱਤ ਚੁੱਕੀ ਹੋਈ ਹੈ। ਪਿਛਲੀ ਵਾਰੀ ਵੀ ਉਹਨਾਂ ਨੇ ਆਪਣੇ ਸਰਦਾਰ ਸਾਹਿਬ ਉੱਪਲ ਸਾਹਿਬ ਨੂੰ ਹਰਾਇਆ ਸੀਗਾ ਲਿਬਰਲ ਪਾਰਟੀ ਨੇ। ਇਹ ਪਹਿਲੀ ਵਾਰੀ ਥੋੜਾ ਜਿੱਤੇ ਨੇ। they have not won first time। ਇਹ ਤੇ ਪਿਛਲੀ ਵਾਰੀ ਉਹਨਾਂ ਨੂੰ ਸੀਟ ਨਹੀਂ ਮਿਲੀ। ਰਾਈਡਿੰਗ ਡਾਕਟਰ ਸਾਹਿਬ ਕੋਈ ਚੇਂਜ ਹੋਈ ਹੈ? ਸਕਾਈ, ਮੇਰੇ ਖਿਆਲ ਸਕਾਈ ਰਾਈਡਿੰਗ ਕੋਈ ਇਸ ਤਰ੍ਹਾਂ ਦੀ ਦੱਸ ਰਿਹਾ ਜਿੱਥੋਂ ਮਿਸਟਰ ਚਾਲ ਜਿਹੜੇ ਨੇ ਚੇਂਜ ਭਾਵੇਂ ਹੋਵੇ, ਅੱਗੇ ਵੀ ਮਿਲੀਆਂ ਸੀ ਸੀਟਾਂ, ਹੁਣ ਵੀ ਸੀਟਾਂ ਮਿਲੀਆਂ ਨੇ। ਸੋ ਦੈਟ ਡਜ਼ਨਟ ਮੀਨ ਐਨੀਥਿੰਗ। 3 ਸੀਟਾਂ NDP ਨੂੰ 3 ਹੀ ਮਿਲ ਸਕੀਆਂ ਨੇ ਉੱਥੇ ਜੀ। NDP ਦਾ ਉੱਥੇ ਕਾਫੀ ਹੋਲਡ ਸੀ ਕਿ NDP ਦਾ ਹੋਲਡ ਹੈ ਨਾ, NDP ਦਾ ਉੱਥੇ ਗਵਰਨਮੈਂਟ ਰਹੀ ਹੈ 5 ਸਾਲ। ਹਾਂਜੀ। ਸੋ NDP ਦਾ ਵਿਨ ਕਰਨਾ ਇਜ਼ ਨਾਟ ਇੰਪੋਰਟੈਂਟ। NDP ਦਾ ਨਾ ਵਿਨ ਕਰਨਾ, ਮੈਂ ਢਿੰਡਸਾ ਸਾਹਿਬ ਕਿਉਂਕਿ ਇਸ ਪਾਰਟੀ ਦੇ ਨਾਲ ਐਫੀਲੀਏਟਡ ਰਹੇ ਨੇ, ਇਹ ਐਕਸਪੈਕਟ ਕਰਦੇ ਸੀ 40 ਤੋਂ 45 ਸੀਟਾਂ। ਅਗਰ ਕਿਸੇ ਦੇ ਵਿੱਚ ਆਪਣੀ ਹੈ ਨਾ ਕਹਿੰਦੇ ਨੇ ਸੈਲਫ ਰਿਸਪੈਕਟ, ਤੇ ਮੈਂ ਅਗਰ ਲੀਡਰ ਹੁੰਦਾ ਆਈ ਵੁੱਡ ਹੈਵ ਰਿਜ਼ਾਈਨ। ਲੇਕਿਨ ਇੱਥੇ ਸੈਲਫ ਰਿਸਪੈਕਟ ਕੋਈ ਨਹੀਂ ਹੈਗੀ ਕਿਸੇ ਦੀ ਵੀ, ਕਿਸੇ ਨੇ ਰਿਜ਼ਾਈਨ ਨਹੀਂ ਕਰਨਾ ਜਦ ਤੱਕ ਕਿ ਕਾਕਸ ਉਹਨਾਂ ਨੂੰ ਬਾਹਰ ਨਾ ਕੱਢੇ ਜਾਂ ਪਾਰਟੀ ਬਾਹਰ ਨਾ ਕੱਢੇ। ਤੁਸੀਂ ਗੱਲ ਕਰਦੇ ਹੋ ਨਾ ਟਰੂਡੋ ਦੀ, ਮੇਰੀ ਗੱਲ ਨੋਟ ਕਰ ਲੈਣਾ, ਸਾਲ ਦੇ ਬਾਅਦ ਉਹਨੇ ਆਪ ਹੀ ਕਹਿ ਦੇਣਾ ਮੈਂ ਰਿਜ਼ਾਈਨ ਕਰਦਾ, ਤੁਸੀਂ ਨਵੀਂ ਲੀਡਰਸ਼ਿਪ ਬਣਾਓ। ਮੈਨੂੰ ਵੀ ਲੱਗਦਾ ਅਗਲੀ ਇਲੈਕਸ਼ਨ ਤੋਂ ਪਹਿਲਾਂ ਉਹ ਜ਼ਰੂਰ ਆਪਣੇ ਆਪ ਨੂੰ ਇੱਥੋਂ ਵੱਖ ਕਰ ਲੈਣਗੇ, ਕਿਉਂਕਿ 2 ਟਰਮ ਉਹਨਾਂ ਨੂੰ ਇਹੋ ਜਿਹਾ ਹਾਰ ਵਰਗਾ ਹੀ ਮੂੰਹ ਵੇਖਣਾ ਪਿਆ। ਡਾਕਟਰ ਸਾਹਿਬ ਥੋੜੀ ਜਿਹੀ ਕਿਊਬੈਕ ਦੀ ਗੱਲ ਕਰ ਜਾਓ। ਕਿਊਬੈਕ ਸਟੇਟ ਦੇ ਵਿੱਚ ਬੜਾ ਰੌਲਾ ਸੀਗਾ ਕਿ ਬਲਾਕ ਕਿਊਬੈਕਾ ਦਾ ਲੀਡਰ ਜਿਹੜਾ ਹੈ ਉਹ ਬੜਾ ਪਪੂਲਰ ਹੈ ਤੇ ਉਹ ਹੋਰ ਜ਼ਿਆਦਾ ਸੀਟਾਂ ਕੱਢ ਸਕਦੇ, ਪਰ ਬਰਾਬਰ ਰਿਹਾ। 32 ਲੈ ਸਕੇ ਨੇ ਬਲਾਕ ਵਾਲੇ ਤੇ 33 ਲਿਬਰਲ ਨੂੰ ਉੱਥੇ ਸੀਟਾਂ ਮਿਲੀਆਂ ਨੇ। ਹੁਣ ਬਲਾਕ ਦੀਆਂ 34 ਹੋ ਗਈਆਂ। ਅੱਛਾ ਜੀ। ਲੇਟੈਸਟ ਫਿਗਰ ਜਿਹੜੀ ਆ ਬਲਾਕ ਦੀਆਂ 34 ਹੋ ਗਈਆਂ ਨਾ। ਮੇਰੇ ਕੋਲ ਜਿਹੜਾ ਡਾਟਾ ਪਿਆ ਸ਼ਾਇਦ ਥੋੜਾ ਪੁਰਾਣਾ ਹੈ, ਮੇਰੇ ਕੋਲ ਜਿਹੜਾ ਪਿਆ ਉਹਦੇ ਚ 32 33 ਸ਼ੋ ਕਰ ਰਹੇ ਸੀ। ਕੱਲ ਤੱਕ 2-3 ਸੀਟਾਂ ਹੋਰ ਬਦਲ ਜਾਣੀਆਂ ਨੇ, ਕਿਉਂਕਿ ਅਜੇ ਜਿਹੜੀ ਮੇਲਿੰਗ ਹੈ 7 ਸੀਟਾਂ ਦੇ ਫਰਕ ਪੈਣਾ। 433 ਸੀਟਾਂ ਜਿਹੜੀਆਂ 338 ਦੇ ਵਿੱਚੋਂ 333 ਸੀਟਾਂ ਕਲੀਅਰ ਨੇ, ਲੇਕਿਨ ਬਾਕੀ ਦੀਆਂ 5 ਸੀਟਾਂ ਜਿਹੜੀਆਂ ਨੇ ਉਹਦੇ 'ਚ ਅਜੇ ਫੇਰ ਬਦਲਾਅ ਹੋ ਸਕਦਾ। NDP ਵੀ 1-2 ਲੈ ਕੇ ਜਾ ਸਕਦੀ ਹੈ BC ਦੇ ਵਿੱਚ, ਅਜੇ ਰੇਸ ਬੜੀ ਕਲੋਜ਼ ਹੈ ਕੁਝ ਸੀਟਾਂ ਦੇ ਵਿੱਚ, ਲੇਕਿਨ ਜਿਹੜੀਆਂ ਵੋਟਾਂ ਬਾਹਰੋਂ ਆਈਆਂ ਦੀਆਂ ਉਹਨਾਂ ਦੀ ਜੋ ਗਿਣਤੀ ਹੋਏਗੀ ਕੱਲ ਤੱਕ ਫਿਰ ਪਤਾ ਲੱਗੇਗਾ। ਬਟ ਐਨੀਵੇ 1-2 ਸੀਟਾਂ ਦਾ ਕੋਈ ਫਰਕ ਨਹੀਂ ਪੈਂਦਾ। ਲੇਕਿਨ ਕਿਊਬੈਕ ਪਾਰਟੀ ਦਾ ਤੇ ਇਹ ਕਿਹਾ ਜਾ ਰਿਹਾ ਸੀ, ਪਾਰਟੀ ਕਿਊਬੈਕਾ ਦਾ, ਕਿ ਇਹਨਾਂ ਨੂੰ ਐਡ ਕਿ 20 ਸੀਟਾਂ ਮਿਲਣੀਆਂ ਨੇ। ਉਹ 32 ਸੀ ਪਿਛਲੀ ਵਾਰੀ, ਐਡ ਕਿ 34 ਲੈ ਗਏ, ਉਹ 2 ਵਧਾ ਗਏ ਜੀ। ਸੋ ਮਤਲਬ ਉਹਨਾਂ ਨੇ ਉੱਥੋਂ ਦੇ ਹੈਵ ਨਾਟ ਲੋਸਟ। ਇਹ ਉੱਥੋਂ ਲਿਬਰਲ ਪਾਰਟੀ NDP ਜਿੱਤ ਸਕਦੀ ਸੀ
ਜੇ ਇੰਗਲਿਸ਼ ਡਿਬੇਟ ਦੇ ਵਿੱਚ ਦੋਨੋਂ ਲੀਡਰ ਬੇਵਕੂਫੀ ਨਾ ਕਰਦੇ। ਇਹਨਾਂ ਨੇ ਜਿਹੜੀ ਕਿਊਬਿਕ ਦੀ ਫ੍ਰੈਂਕੋਫੋਨ ਲੋਕ ਨੇ ਉਹਨਾਂ ਦੇ ਮਤਲਬ ਦਿਮਾਗ ਦੇ ਉੱਪਰ ਚੋਟ ਮਾਰੀ। ਉਹ ਜਿਹੜੀ ਚੋਟ ਸੀਗੀ ਉਹ ਨਹੀਂ ਸਹਿ ਸਕੇ, ਉਹ ਇਕੱਠੇ ਹੋ ਗਏ। ਜੀ ਢੀਂਡਸਾ ਸਾਹਿਬ, ਇਕਨੋਮੀ ਦੀ ਗੱਲ ਡਾਕਟਰ ਸਾਹਿਬ ਵੀ ਕਰ ਰਿਹਾ ਤੇ ਇਕਨੋਮੀ ਕਿਸੇ ਪਾਰਟੀ ਦੇ ਏਜੰਡੇ ਤੇ ਸਪਸ਼ਟ ਨਜ਼ਰ ਆਈ ਤੁਹਾਨੂੰ ਉਸ ਇਲੈਕਸ਼ਨ ਪਲੇਟਫਾਰਮ ਕਿਸੇ ਪਾਰਟੀ ਦਾ ਐਸਾ ਹੋਵੇ ਜਿਵੇਂ ਤੁਸੀਂ ਦੱਸਿਆ ਹੈ ਕਿ ਸਾਰਿਆਂ ਨੇ ਐਨਡੀਪੀ ਦਾ ਏਜੰਡਾ ਹੀ ਜਿਹੜਾ ਉਹ ਕਿਤੇ ਨਾ ਕਿਤੇ ਹਾਈਕ ਕਰ ਲਿਆ ਸੀਗਾ ਔਰ ਪਾਰਟੀਆਂ ਦੀ ਜਿਹੜੀ ਆਪਣੀ ਆਈਡੀਓਲੋਜੀ ਆ ਉਹ ਤੋਂ ਲਾਂਭੇ ਜਾ ਕੇ ਸਾਰਿਆਂ ਨੇ ਕੰਮ ਕੀਤਾ ਤੇ ਜਿਹੜੀ ਇਕਨੋਮੀ ਦੀ ਗੱਲ ਕੀਤੀ ਆ ਉਹ ਕਿਸੇ ਇੱਕ ਪਾਰਟੀ ਨੇ ਨਿੱਠ ਕੇ ਗੱਲ ਕੀਤੀ ਹੋਵੇ, ਬਜਟ ਦੇ ਡੈਫੀਸਿਟ ਦੀ ਗੱਲ ਕੀਤੀ ਹੋਵੇ, ਬਜਟ ਨੂੰ ਬੈਲੈਂਸ ਅਸੀਂ ਬੜਾ ਸੁਣਦੇ ਰਹੇ ਹਾਂ ਪਿਛਲੀ ਜਿਹੜੀ ਹਾਰਪਰ ਸਰਕਾਰ ਦੇ ਏਜੰਡਿਆਂ ਦੀਆਂ ਗੱਲਾਂ ਤੇ ਬੜੀਆਂ ਸੁਣੀਆਂ ਨੇ ਪਰ ਅਰਨਨ ਟੂਲ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਉਸ ਤਰ੍ਹਾਂ ਦਾ ਕੋਈ ਪ੍ਰਭਾਵ ਦਿੱਤਾ ਹੋਵੇ ਕਿ ਅਸੀਂ ਜਿਹੜੇ 4 ਸਾਲ ਜੇ ਸਾਨੂੰ ਮਿਲ ਜਾਂਦੇ ਆ ਤੇ ਅਸੀਂ ਇਕਨੋਮੀ ਨੂੰ ਬਹੁਤ ਅੱਗੇ ਲੈ ਜਾਾਂਗੇ ਜਾਂ ਅਸੀਂ ਬਜਟ ਦਾ ਕਰ ਦਾਂਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਤੇ ਇੱਕ ਗੱਲ ਕੁਐਸਚਨ ਮੈਂ ਤੁਹਾਡੇ ਕੋਲ ਹੋਰ ਪੁੱਛਣਾ ਨਾਲ ਕਿ ਇੱਕ ਪੀਟਰ ਬਰੋ ਦੇ ਉੱਤੋਂ ਕੈਂਡੀਡੇਟ ਸੀਗੇ, ਪਿਛਲੀ ਵਾਰ ਉਹਨਾਂ ਦੀ ਬੜੀ ਚਰਚਾ ਸੀ ਕਿ ਅਫਗਾਨਿਸਤਾਨ ਚੋਂ ਆਏ ਤੇ ਉਹਨਾਂ ਨੂੰ ਮੌਕਾ ਮਿਲ ਗਿਆ। ਸਿਰਫ ਕੈਨੇਡਾ ਹੀ ਇੱਕ ਐਸਾ ਮੁਲਕ ਆ ਜਿੱਥੇ ਸਭ ਨੂੰ ਅਪਰਚੂਨਿਟੀ ਮਿਲਦੀ ਆ ਤੇ ਇਸ ਵਾਰ ਉਹਨਾਂ ਨੇ ਕੋਈ ਤਾਲਿਬਾਨ ਨੂੰ ਭਾਈ ਸ਼ਬਦ ਕਹਿ ਦਿੱਤਾ ਤੇ ਲੋਕ ਕਾਫੀ ਨਾਰਾਜ਼ ਹੋਏ ਤੇ ਉਹ ਮਿਨਿਸਟਰ ਵੀ ਰਹੇ ਨੇ ਮਰੀਮ ਉਹਨਾਂ ਦਾ ਕੋਈ ਨਾਮ ਹੈ ਮਰੀਮ ਮਨਸਬ। ਹਾਂਜੀ, ਉਹ ਥੋੜਾ ਜਿਹਾ ਉਹਨਾਂ ਦੀ ਵੀ ਗੱਲ ਦੱਸਿਓ ਵੀ ਉਹ ਲੋਕ ਇੰਨੀ ਨਾਰਾਜ਼ ਉਹਨਾਂ ਨਾਲ ਕਿਹੜੀ ਗੱਲ ਆਉਂਦੇ, ਕਾਫੀ ਉਹਨਾਂ ਨੇ ਸਪਸ਼ਟੀਕਰਨ ਦਿੱਤੇ ਬਾਅਦ ਚ ਪਰ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਮੰਤਰੀ ਹੋਣ ਦੇ ਬਾਵਜੂਦ ਵੀ ਉਹ ਆਪਣੀ ਸੀਟ ਹਾਰ ਗਏ। ਦੇਖੋ ਔਨ ਦੀ ਐਂਡ ਆਫ ਏ ਡੇ ਜਿਹੜੀ ਹੁਣ ਤੱਕ ਜਿਹੜੀ ਸਿਚੁਏਸ਼ਨ ਸੀਗੀ ਡਿਵੈਲਪ ਹੋਈ ਹੈ, ਪਹਿਲਾਂ ਤਾਂ ਸ਼ਾਰਦਾ ਸਾਹਿਬ ਨੇ ਬਹੁਤ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਜਿਹੜੀ ਅੱਜ ਦੀ ਸਿਚੁਏਸ਼ਨ, ਪਰ ਅੱਜ ਦੀ ਸਿਚੁਏਸ਼ਨ ਇਕਨੋਮੀ ਤੇ ਡਿਪੈਂਡ ਕਰਦੀ ਹੈ। ਜੇ ਇਕਨੋਮੀ ਇਜ਼ ਡੂਇੰਗ ਗੁੱਡ ਦੇ ਆਰ ਡੂਇੰਗ ਗੁੱਡ। ਅੱਜ ਜਿਹੜੀ ਬਜਟ ਤੋਂ ਲੈ ਕੇ ਹੁਣ ਤੱਕ ਜੋ ਕੁਛ ਪਾਰਟੀ ਨੇ ਕੀਤਾ ਉਹ ਇਲੈਕਸ਼ਨ ਹੀ ਉਹਨਾਂ ਨੇ ਕੀਤੀ ਹੈ। ਅੱਜ ਜਿਹੜੀ ਕੈਨੇਡਾ ਦੀ ਇਕਨੋਮੀ ਆ ਇਜ਼ ਨਾਟ ਅ ਗੁੱਡ ਸ਼ੇਪ। ਸਾਡੇ ਡੈਫੀਸਿਟ ਜਿਹੜਾ ਲਿਬਰਲ ਜਿੱਦਣ ਪਾਵਰ 'ਚ ਆਏ ਸੀ ਉਹ ਕਹਿੰਦੇ ਸੀ ਅਸੀਂ ਟੈਂਪਰੇਰੀ ਡੈਫੀਸਿਟ ਕ੍ਰੀਏਟ ਕਰਾਂਗੇ, 3 ਸਾਲਾਂ ਦੇ ਵਿੱਚ ਉਹਨੂੰ ਬੈਲੈਂਸ ਕਰ ਦਿਆਂਗੇ। ਹੁਣ ਉਹ ਤੋਂ ਹੋਰ ਇਹ ਤੋਂ ਆਪੋਜ਼ਿਟ ਹੋ ਰਿਹਾ ਕਿ ਡੈਫੀਸਿਟ ਇੰਨਾ ਵੱਧ ਗਿਆ। ਉਦੋਂ ਦੇ ਸੈਟ GDP ਡੈਫੀਸਿਟ ਟੂ GDP ਵਿਲ ਬੀ 30%, ਹੁਣ ਉਹ 50% ਤੋਂ ਉੱਪਰ ਵੱਧ ਗਿਆ। ਐਨੀ ਹਾਓ ਇਟਸ ਇਕਨੋਮਿਕ ਡਿਬੇਟ। ਇਹ ਸਿਚੁਏਸ਼ਨ ਮੇਰੇ ਖਿਆਲ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਹੋ ਜਾਊ, ਪਰ ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਹੈ ਉਹ ਲਿਬਰਲ ਪਾਰਟੀ ਦੀ ਉਹ ਹੁਣ ਦੱਸਣਗੇ ਕਿ ਵੇਅਰ ਦੇ ਸਟੈਂਡ, ਕੰਜ਼ਰਵੇਟਿਵ ਵਿਲ ਸਟੈਂਡ। ਪਰ ਜਿਹੜੀ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਆ ਕਿ ਜੀ ਉਹ ਜਿਹੜੇ ਇਮੀਗ੍ਰਾਂਟਸ ਹੈ, ਇਮੀਗ੍ਰਾਂਟਸ ਨੂੰ ਇਕੱਲੇ ਇਹਨਾਂ ਨੇ ਲਿਬਰਲ ਨੇ ਮੰਗਾਇਆ। ਆਈ ਡੋਂਟ ਐਗਰੀ ਵਿਦ ਦੈਮ। ਮੈਨੂੰ ਇੱਥੇ ਰਹਿੰਦੇ ਨੂੰ ਗਿੱਲ ਸਾਹਿਬ ਬਹੁਤ ਚਿਰ ਹੋ ਗਿਆ, ਮੈਂ 1970 ਦਾ ਇੱਥੇ ਰਹਿਣਾ। ਮੈਂ ਇਹ ਦੇਖਿਆ ਕਿ ਜਦੋਂ ਠੀਕ ਹੈ ਲਿਬਰਲਸ ਐਜ਼ ਏ ਇਲੀਅਟ ਟਰੂਡੋ ਤੋਂ ਬਾਅਦ ਇਹ ਸਮਝਿਆ ਜਾਂਦਾ ਸੀ ਕਿਉਂਕਿ 1967 ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ। ਪਹਿਲਾਂ ਤਾਂ ਇਲੀਗਲ ਸੀ ਨਾ ਸਾਰਿਆਂ ਦੀ ਇਮੀਗ੍ਰੇਸ਼ਨ। ਇਲੀਅਟ ਇਹਦੇ ਜਸਟਿਨ ਟਰੂਡੋ ਦੇ ਡੈਡੀ ਨੇ ਸ਼ੁਰੂ ਕੀਤੀ ਸੀ ਲੀਗਲ ਇਮੀਗ੍ਰੇਸ਼ਨ ਕਿ ਤੁਸੀਂ ਇੱਥੇ ਕੈਨੇਡਾ 'ਚ ਰਹਿ ਕੇ ਇੱਥੇ ਅਪਲਾਈ ਕਰ ਸਕਦੇ ਆ। ਸੋ ਇਸ ਕਰਕੇ ਕ੍ਰੈਡਿਟ ਗੋਜ਼ ਟੂ ਹੈਮ। ਆਪਣੇ ਜਹਾਜ਼ ਭਰ ਕੇ ਆਉਣੇ ਸ਼ੁਰੂ ਹੋ ਗਏ। ਪਰ ਔਨ ਦੀ ਅਦਰ ਹੈਂਡ ਇਹ ਕੈਨੇਡਾ ਦੀ ਪਾਲਿਸੀ ਰਹੀ ਆ ਡੀਫਨਬੇਗਰ ਤੋਂ ਲੈ ਕੇ ਹੁਣ ਤੱਕ ਮਲੋਨੀ ਤੱਕ। ਜਦੋਂ ਕੰਜ਼ਰਵੇਟਿਵ ਪਾਰਟੀ ਆਈ ਆ ਇਹਨਾਂ ਨੇ ਆਲਵੇਜ਼ ਇਨਵਾਈਟਡ ਮੋਰ ਇਮੀਗ੍ਰਾਂਟਸ। ਈਵਨ ਜਦ ਮਲੋਨੀ ਪ੍ਰਾਈਮ ਮਿਨਿਸਟਰ ਸੀ ਉਹਨੇ ਐਮਨੈਸਟੀ ਦਿੱਤੀ ਟਵਾਈਸ ਇਮੀਗ੍ਰਾਂਟਸ ਨੂੰ ਜਿਹੜੇ ਇੱਥੇ ਇਲੀਗਲ ਇਮੀਗ੍ਰਾਂਟਸ ਆਏ ਸੀ। ਔਰ ਹੁਣ ਵੀ ਮਲੋਨੀ ਦਾ ਇੱਕ ਥੀਸਿਸ ਆਇਆ, ਉਹਨੇ ਕਿਹਾ ਵੀ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ 100 ਮਿਲੀਅਨ ਹੋਣੀ ਚਾਹੀਦੀ ਹੈ। ਖੋਲ੍ਹ ਦਿਓ ਕੈਨੇਡਾ ਨੂੰ, ਬਾਰਡਰ ਖੋਲ੍ਹ ਦਿਓ, ਰਾਈਟ ਮਾਰਕੀਟ। ਸੋ ਇਹ ਚੱਲ ਰਹੀ ਜਿਹੜਾ ਹੈਗਾ ਨਾ ਮੈਥ ਇਨ ਦੀ ਇਮੀਗ੍ਰਾਂਟ ਕਮਿਊਨਿਟੀ 'ਚ। ਹੁਣ ਤੁਸੀਂ ਦੇਖੋ ਜਦੋਂ ਪਿਛਲੀ ਦਫਾ ਮਲੋਨੀ ਉਹ ਤੋਂ ਪਹਿਲਾਂ ਜੋ ਲਿਬਰਲ ਸੀ ਕ੍ਰੈਚਾਂ ਸੀ ਜਿਹੜੀਆਂ ਆਪਣੀਆਂ ਉੱਥੋਂ ਸਪਾਂਸਰਡ ਐਪਲੀਕੇਸ਼ਨ ਸੀ ਉਹ 2-2, 3-3, 4-4, 5-5 ਸਾਲ ਨਿਕਲਦੀਆਂ ਨਹੀਂ ਸੀ। ਮਲੋਨੀ ਆਇਆ ਤਾਕਤ ਵਿੱਚ। ਦੇਖੋ ਮੈਂ ਕੰਜ਼ਰਵੇਟਿਵ ਨਹੀਂ, ਮੈਂ ਲਿਬਰਲ ਨਹੀਂ, ਮੈਂ ਪ੍ਰੋਗਰੈਸਿਵ ਹਾਂ।
ਹੁਣ ਮੈਂ ਇਹ ਨਹੀਂ ਕਹਿ ਸਕਦਾ ਜੋ ਸ਼ਾਰਦਾ ਸਾਹਿਬ ਨੇ ਕਹਿਤਾ ਵੀ ਮੈਂ ਹੈਗਾ NDP ਦੇ ਨਾਲ। ਆਈ ਡੋਂਟ ਗਿਵ ਐਨੀ ਸਟੇਟਮੈਂਟ, ਪਰ ਮੇਰੇ ਆਪਣੇ ਵਿਚਾਰ ਆ। ਜਦੋਂ ਵੀ ਕੰਜ਼ਰਵੇਟਿਵ ਪਾਰਟੀ ਆਈ ਆ, ਉਹਨਾਂ ਨੇ ਇਮੀਗ੍ਰਾਂਟਸ ਨੂੰ ਆਲਵੇਜ਼ ਦੇ ਡਿਡ ਮੋਰ ਦੈਨ ਐਨੀਬੋਡੀ ਐਲਸ। ਜਦੋਂ ਮਲੋਨੀ ਆਇਆ 2 ਮਹੀਨਿਆਂ ਦੇ 3 ਮਹੀਨਿਆਂ ਦੇ ਵਿੱਚ ਕੇਸਿਸ ਆਉਣੇ ਇੱਥੇ ਸ਼ੁਰੂ ਹੋ ਗਏ। ਐਂਡ ਇਹ ਉਹਨਾਂ ਦੀ ਫਿਲਾਸਫੀ, ਕੈਨੇਡਾ ਦੀ ਜਿਹੜੀ ਗਰੋਥ ਆ, ਗਰੋਥ ਡਿਪੈਂਡਸ ਅਪੋਨ ਦੀ ਇਮੀਗ੍ਰਾਂਟਸ। ਈਵਨ ਅੱਜ ਦੀ ਜਿਹੜੀ ਸਰਕਾਰ ਹੈ ਉਹ ਤਾਂ ਨਰਵਸ ਹੋਈ ਪਈ ਹੈ। ਉਹਨਾਂ ਨੇ ਕਿਹਾ ਪਿਆ ਅਸੀਂ 400,000 ਪੀਪਲ ਅਸੀਂ ਇਸ ਸਾਲ ਮੰਗਾਵਾਂਗੇ। ਫਿਰ ਇਹ ਆ ਕੋਈ ਰੂਲਸ ਨਹੀਂ, ਰੈਗੂਲੇਸ਼ਨ ਨਹੀਂ। ਆ ਜਿਹੜੇ ਕਮਿਊਨਿਟੀ ਸੈਂਟਰਸ ਆ, ਗਿੱਲ ਸਾਹਿਬ, ਕੱਲ੍ਹ ਨੂੰ ਤੁਸੀਂ ਜਾ ਕੇ ਕਾਲਜ ਆਪਣਾ ਰਜਿਸਟਰ ਕਰਾ ਲਓ, 2 ਚੇਅਰਾਂ ਰੱਖ ਲਓ, ਉਹ ਤੋਂ ਬਾਅਦ ਤੁਸੀਂ ਕਿਸੇ ਨੂੰ ਲੈਟਰ ਦੇ ਦਿਓ, ਉਥੋਂ ਮੰਗਾਉਣੇ ਸ਼ੁਰੂ ਕਰ ਦਿਓ ਸਟੂਡੈਂਟਸ। That's what is happening in this country, and being a citizen of this country, I think we have every right to raise our voice कि what's wrong, what's right. Hello. ਹਾਂ ਨਿਰਮਲ ਜੀ, ਮੈਂ ਇੱਕ ਗੱਲ ਕਰਨਾ। ਨਿਰਮਲ ਜੀ, ਮੈਂ ਇਹ ਨਹੀਂ ਕਿਹਾ ਸੀ, ਮੈਂ ਕਿਹਾ ਤੁਸੀਂ ਐਸੋਸੀਏਟਡ ਸੀ ਕਿਸੇ ਟਾਈਮ 'ਚ। ਪ੍ਰੋਗਰੈਸਿਵ ਜਿਹੜਾ ਵਰਡ ਹੈ ਨਾ, ਉਹ ਮੇਰਾ ਗਾ ਸਾਡੇ ਸਾਰਿਆਂ, ਮੈਂ ਤੁਹਾਨੂੰ ਇਹ ਨਹੀਂ ਕਿਹਾ ਯੂ ਵਰ ਐਸੋਸੀਏਟਡ, ਆਈ ਸੈਡ ਐਟ ਵਨ ਟਾਈਮ। ਲੇਕਿਨ ਮੈਂ ਜੋਤੀ ਜੀ ਨੂੰ ਰਿਕੁਐਸਟ ਕਰਾਂਗਾ, ਆਪਣੀ ਪ੍ਰੋਡਿਊਸਰ ਨੂੰ, ਕਿ ਚਾਰਾਂ ਦੇ ਮਾਈਕ ਖੋਲ ਕੇ ਰੱਖੋ, ਕਿਉਂਕਿ ਅਸੀਂ ਹੁਣ ਵਿੱਚ ਬੋਲ ਸਕਦੇ ਹਾਂ। ਔਰ ਮੈਂ ਹਰਜੀਤ ਜੀ ਨੂੰ ਕਹਾਂਗਾ ਕਿ ਇੱਕ ਤੁਸੀਂ 5 ਮਿੰਟ 2 ਮਿੰਟ ਤੇ 3 ਮਿੰਟ ਦੀ ਛੁੱਟੀ ਲੈ ਲਓ। ਅਸੀਂ ਸਾਰੇ ਬੱਚੇ ਹਾਂ, ਸਾਨੂੰ ਹੋਰ ਵੀ ਕੋਈ ਕੰਮ ਹੁੰਦੇ ਨੇ, ਜਾਂ 2 ਮਿੰਟ ਦੀ ਛੁੱਟੀ ਲੈ ਲਓ ਅਗਰ ਲੈ ਸਕਦੇ। ਕੋਈ ਗੱਲ ਨਹੀਂ ਜੀ, ਆਪਾਂ ਬ੍ਰੇਕ ਲੈਂਦੇ ਆ। ਸੁਸ਼ੀਲ ਨੂੰ ਵੀ ਜੋੜਨਾ ਚਾਹ ਰਹੇ ਸੀ। ਢੀਂਡਸਾ ਸਾਹਿਬ ਕਹਿ ਰਹੇ ਸੀ ਮੈਂ 8 ਵਜੇ ਤੋਂ ਬਾਅਦ ਕਿਤੇ ਜਾਣਾ ਹੈ, ਉਹਨਾਂ ਨੇ 7 ਤੋਂ 8 ਸਾਨੂੰ ਸਮਾਂ ਦਿੱਤਾ ਸੀਗਾ। ਤੇ ਫਿਰ ਢੀਂਡਸਾ ਸਾਹਿਬ ਤੁਸੀਂ ਕੰਟੀਨਿਊ ਕਰਨਾ ਚਾਹੁੰਦੇ ਹੋ ਕਿ ਸੁਸ਼ੀਲ ਨੂੰ ਜੋੜੀਏ ਜੀ? ਅਸੀਂ ਜੋੜ ਲਓ, ਮੈਂ ਹੋਰ 10-15 ਮਿੰਟ ਤੁਹਾਡੇ ਨਾਲ ਹੈ। ਤੁਸੀਂ ਹੈਗੇ ਹੋ 10 ਮਿੰਟ? ਠੀਕ ਹੈ ਜੀ, ਠੀਕ ਹੈ। ਇੱਕ ਆਪਾਂ ਛੋਟਾ ਜਿਹਾ ਬ੍ਰੇਕ ਲੈਂਦੇ ਆ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਵਾਪਸ ਆਉਣੇ ਆ। ਸਿਰਫ 3 ਮਿੰਟ ਤੱਕ ਅਸੀਂ ਬ੍ਰੇਕ ਲਾਂਗੇ।